मीर करो तृणत मोहे जाहे, गरीब निवाज ना दूसर तो सो। ओल शेमो हमारी प्रभिया, ना भूलन हार काहू को मोसो। सेव करी तुम्हारी तन की, सब ही गृह देखियात दरब परोसो। या कल में सब काल किरपान के, पारी पूजान को पारी परोसो। कहाँ बुद्ध प्रभु तुष हमारी, बरन सकै महिमा जो तिहारी। हम ना सकत कर सिफत तुम्हारी, आप लेहो तुम कथा सुधारी। मूक उचर शास्त्र खट, पैंग गिरन चढ़ जाए। अंध लख बदरो सुनै, जो काल कृपा कराए। अंध लख बदरो सुनै, जो काल कृपा कराए। सतनाम श्री वाहिगुरु साहिब जीओ। मलार महला पहला, दुख विछुड़ा एक दुख भूख, एक दुख सख्त वार जमदूत। दुख विछुड़ा एक दुख भूख, एक दुख सख्त वार जमदूत। एक दुख रोग लगै तन ताए, वैद ना भूले दारू लाए। वैद ना भूले दारू लाए। दर्द होवै दुख रहै शरीर, ऐसा दारू लगै ना बीर। रहाओ खसम विसार किए रस भोग, ता तन उठ खलोए रोग।
ਮਨ ਅੰਧੇ ਕਉ ਮਿਲੈ ਸੁਜਾਏ, ਵੈਦ ਨਾ ਭੋਲੇ ਦਾਰੂ ਲਾਏ। ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘਟ ਮਹਿ ਸਾਸ। ਸਾਸ ਗਏ ਕਾਇਆ ਟਲ ਪਾਏ, ਤਾਂ ਕੈ ਪਾਛੈ ਕੋਈ ਨਾ ਖਾਏ। ਕੰਚਨ ਕਾਇਆ ਨਿਰਮਲ ਹੰਸ, ਜਿਸ ਮਹਿ ਨਾਮ ਨਿਰੰਜਨ ਅੰਸ। ਦੁਖ ਰੋਗ ਸਭ ਗਿਆ ਗਵਾਏ, ਨਾਨਕ ਛੂਟਸ ਸਾਚੈ ਨਾਏ। ਦੁਖ ਰੋਗ ਸਭ ਗਿਆ ਗਵਾਏ, ਨਾਨਕ ਛੂਟਸ ਸਾਚੈ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕੀਰਤਨੀ ਜਥੇ ਪਾਸੋਂ ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਅੰਮ੍ਰਿਤ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਲਾਰ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਉਥਾਨਕਾ ਮਹਾਂਪੁਰਖ ਇਸ ਤਰ੍ਹਾਂ ਸਰਵਣ ਕਰਵਾਉਂਦੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਿਸ਼ੋਰ ਅਵਸਥਾ ਵਿੱਚ ਸਨ, 14-15 ਸਾਲ ਦੇ ਕਰੀਬ ਉਮਰ ਹੋਵੇਗੀ, ਉਸ ਵੇਲੇ ਮਨ ਦੇ ਵਿੱਚ ਐਸਾ ਵੈਰਾਗ ਪੈਦਾ ਹੋਇਆ, ਹਰ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ। ਹੌਲੀ ਹੌਲੀ ਭੋਜਨ ਵੀ ਘੱਟ ਛਕਣ ਲੱਗ ਪਏ, ਆਰਾਮ ਵੀ ਬਹੁਤ ਥੋੜ੍ਹਾ ਕਰਦੇ ਹਨ। ਜਦੋਂ ਨੀਂਦ ਨਾ ਪੂਰੀ ਹੋਵੇ, ਭੁੱਖ ਨਾ ਪੂਰੀ ਲੱਗੇ, ਸਰੀਰ 'ਤੇ ਉਸ ਚੀਜ਼ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਮਾਤਾ ਤ੍ਰਿਪਤਾ ਜੀ ਨੇ ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਇਹ ਦਸ਼ਾ ਵੇਖ ਕੇ ਹਜ਼ੂਰ ਦੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ ਨੂੰ ਆਖਿਆ, ਜਿਨ੍ਹਾਂ ਦਾ ਪੂਰਾ ਨਾਮ ਬਾਬਾ ਕਲਿਆਣ ਦਾਸ ਜੀ ਸੀ। ਮਾਤਾ ਜੀ ਕਹਿਣ ਲੱਗੇ, ਮੈਨੂੰ ਜਾਪਦਾ ਹੈ ਆਪਣੇ ਪੁੱਤਰ ਨੂੰ ਕੋਈ ਬਿਮਾਰੀ ਲੱਗ ਗਈ ਹੈ, ਕੋਈ ਰੋਗ ਲੱਗ ਗਿਆ ਹੈ, ਇਹਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਅਕਸਰ ਸਾਡੇ ਘਰਾਂ ਵਿੱਚ ਵੀ ਜਦੋਂ ਬੱਚੇ ਖਾਣਾ ਪੀਣਾ ਛੱਡ ਦੇਣ, ਮਾਤਾ ਪਿਤਾ ਨੂੰ ਫਿਕਰ ਹੋ ਹੀ ਜਾਂਦਾ ਹੈ। ਬਾਬਾ ਕਾਲੂ ਜੀ ਨੇ ਸੋਚਿਆ, ਦਿਨੋਂ ਦਿਨ ਸਾਡੇ ਫਰਜ਼ੰਦ ਬਰਖੁਰਦਾਰ ਦੀ ਸਿਹਤ ਘਟਦੀ ਜਾ ਰਹੀ ਹੈ, ਇਹਦਾ ਕੋਈ ਨਾ ਕੋਈ ਇਲਾਜ ਕਰਵਾਉਣਾ ਹੀ ਚਾਹੀਦਾ। ਇੱਕ ਵੈਦ ਸੀ ਜਿਸ ਦਾ ਨਾਮ ਇਤਿਹਾਸ ਵਿੱਚ ਹਰਦਾਸ ਲਿਖਿਆ ਹੋਇਆ ਹੈ। ਹਰਦਾਸ ਵੈਦ ਦੇ ਕੋਲ ਚਲੇ ਗਏ। ਬਾਬਾ ਕਾਲੂ ਜੀ ਕਹਿਣ ਲੱਗੇ, ਵੈਦ ਜੀ, ਮੇਰਾ ਪੁੱਤਰ ਬਿਮਾਰ ਹੋ ਗਿਆ ਹੈ, ਸਾਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ, ਉਹਨਾਂ ਨੂੰ ਕੋਈ ਸਰੀਰਕ ਦੁੱਖ ਹੈ ਜਾਂ ਮਾਨਸਿਕ ਦੁੱਖ ਹੈ। ਹੁਣ ਤੁਸੀਂ ਜਾ ਕੇ ਉਹਨਾਂ ਦੇ ਸਰੀਰ ਦਾ ਚੈੱਕਅਪ ਕਰੋ ਅਤੇ ਜਿਹੜੀ ਉਹਨਾਂ ਨੂੰ ਦਵਾਈ ਦੀ ਲੋੜ ਹੈ ਉਹ ਦਵਾਈ ਦਿਓ, ਤਾਂ ਕਿ ਸਾਡਾ ਪੁੱਤਰ ਨੌਂ-ਬਰ ਨੌਂ ਹੋ ਜਾਵੇ, ਤੰਦਰੁਸਤ ਹੋ ਜਾਵੇ, ਚੰਗਾ ਖਾਵੇ, ਚੰਗਾ ਹੰਢਾਵੇ। ਅਸੀਂ ਇਹ ਚਾਹੁੰਦੇ ਹਾਂ। ਹੁਣ ਹਰਦਾਸ ਵੈਦ ਬਾਬਾ ਕਾਲੂ ਜੀ ਦੇ ਘਰ ਆਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਕਮਰੇ ਦੇ ਵਿੱਚ ਮੰਜੇ 'ਤੇ ਬਿਰਾਜੇ ਹੋਏ ਸਨ। ਉਸ ਵੈਦ ਨੇ ਆ ਕੇ ਸਭ ਤੋਂ ਪਹਿਲਾਂ ਉਹਨਾਂ ਦੀ ਨਬਜ਼ ਦੇਖੀ। ਜਿਵੇਂ ਡਾਕਟਰ ਜਦੋਂ ਕਿਸੇ ਮਰੀਜ਼ ਨੂੰ ਉਹਦੇ ਕੋਲ ਲੈ ਕੇ ਜਾਂਦੇ ਹਾਂ, ਉਹ ਪਹਿਲਾਂ ਨਬਜ਼ ਚੈੱਕ ਕਰਦੇ ਨੇ, ਫਿਰ ਕਹਿੰਦੇ ਨੇ ਬਲੱਡ ਟੈਸਟ ਕਰਵਾਓ, ਹੋਰ ਕਈ ਟੈਸਟ ਕਰਵਾਉਣ ਲੱਗ ਜਾਂਦੇ ਨੇ। ਹੁਣ ਜਦੋਂ ਉਸ ਵੈਦ ਨੇ ਗੁਰੂ ਮਹਾਰਾਜ ਦੀ ਨਬਜ਼ ਚੈੱਕ ਕੀਤੀ, ਉਹਨੂੰ ਕੋਈ ਬਿਮਾਰੀ ਦਾ ਪਤਾ ਨਾ ਲੱਗ ਸਕਿਆ। ਫਿਰ ਉਹ ਕਹਿਣ ਲੱਗਾ ਬਾਬਾ ਕਾਲੂ ਜੀ ਨੂੰ, ਤੁਸੀਂ ਬਾਹਰ ਚਲੇ ਜਾਓ, ਮੈਂ ਇਹਨਾਂ ਦਾ ਚੈੱਕਅਪ ਕਰਨਾ ਹੈ, ਜੋ ਕੋਈ ਇਹਨਾਂ ਨੂੰ ਦੁੱਖ ਤਕਲੀਫ ਹੈ ਉਹਦੇ ਬਾਰੇ ਪੁੱਛਣਾ ਚਾਹੁੰਦਾ ਹਾਂ। ਹੁਣ ਬਾਬਾ ਕਾਲੂ ਜੀ ਕਮਰੇ ਤੋਂ ਬਾਹਰ ਚਲੇ ਗਏ। ਹਰਦਾਸ ਵੈਦ ਨੂੰ ਇਸ ਗੱਲ ਦਾ ਪਤਾ ਸੀ, ਠੀਕ ਹੈ, ਭਾਵੇਂ ਮੈਂ ਦੁਨਿਆਵੀ ਵੈਦ ਹਾਂ, ਦਵਾਈ ਦੇ ਕੇ ਲੋਕਾਂ ਦਾ ਇਲਾਜ ਕਰਦਾ ਹੈ, ਪਰ ਇਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੈਦਾਂ ਦੇ ਵੈਦ ਨੇ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਇਹ ਤੇ ਜਨਮ ਮਰਨ ਦੇ ਦੁੱਖ ਨੂੰ ਵੀ ਮੇਟ ਸਕਦੇ ਹਨ, ਇਹ ਤੇ ਜਮਾਂ ਦੇ ਦੁੱਖ ਨੂੰ ਵੀ ਨਾਸ਼ ਕਰ ਸਕਦੇ ਹਨ। ਹੁਣ ਉਸ ਹਰਦਾਸ ਵੈਦ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗਾ, ਮਹਾਰਾਜ, ਤੁਹਾਨੂੰ ਕੋਈ ਬਿਮਾਰੀ ਅਤੇ ਕੋਈ ਦੁੱਖ ਤਾਂ ਮੈਨੂੰ ਨਜ਼ਰ ਨਹੀਂ ਆ ਰਿਹਾ, ਜੇ ਕੋਈ ਹੈ ਉਹ ਹੁਣ ਤੁਸੀਂ ਆਪ ਹੀ ਦੱਸੋ, ਮੈਂ ਨਹੀਂ ਉਹਦੇ ਬਾਰੇ ਕੁਝ ਵੀ ਕਹਿ ਸਕਦਾ। ਤਾਂ ਹਜ਼ੂਰ ਨੇ ਹਰਦਾਸ ਵੈਦ ਨੂੰ ਸੰਬੋਧਨ ਹੁੰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕੀਤੇ। ਰਹਾਉ ਦੀਆਂ ਪੰਕਤੀਆਂ ਹਨ, ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੇ ਦੁਖ ਰਹਿ ਸਰੀਰ, ਐਸਾ ਦਾਰੂ ਲਗੈ ਨਾ ਭੀਰ। ਰਹਾਉ, ਐ ਵੈਦ, ਤੂੰ ਤੇ ਬੜਾ ਭੋਲਾ ਹੈ, ਤੂੰ ਸਾਡੇ ਦੁੱਖ ਦਾ ਇਲਾਜ ਕਰਨ ਵਾਸਤੇ ਆਇਆ ਹੈ, ਪਰ ਤੂੰ ਦੱਸ ਹੁਣ ਸਾਡੇ 'ਤੇ ਕਿਹੜੀ ਦਾਰੂ ਲਾਵੇਂਗਾ, ਕਿਹੜੀ ਦਵਾਈ ਵਰਤੇਂਗਾ। ਵੈਦ ਨਾ ਭੋਲੇ ਦਾਰੂ ਲਾਏ,
ਐ ਭੋਲੇ ਵੈਦ, ਤੂੰ ਸਾਡੇ ਸਰੀਰ 'ਤੇ ਕਿਹੜੀ ਦਵਾਈ ਲਾਵੇਂਗਾ, ਕਿਹੜਾ ਇਲਾਜ ਕਰੇਂਗਾ, ਜਦੋਂ ਤੇਰੇ ਕੋਲ ਉਸ ਮਹਾਰਾਜ ਦੀ ਕੋਈ ਦਵਾਈ ਹੈ ਹੀ ਨਹੀਂ। ਕਿਵੇਂ ਸਾਨੂੰ ਰਾਜੀ ਕਰੇਂਗਾ। ਦਰਦ ਹੋਵੇ ਦੁੱਖ ਰਹਿ ਸਰੀਰ, ਜੇ ਤੂੰ ਕੋਈ ਦਵਾਈ ਸਾਨੂੰ ਐਸੀ ਵੈਸੀ ਦੇ ਵੀ ਦਿੱਤੀ, ਦਰਦ ਹੋਵੇ ਦੁੱਖ ਰਹਿ ਸਰੀਰ, ਫਿਰ ਉਹ ਜਿਹੜਾ ਅਸਲੀ ਦਰਦ ਹੈ, ਪੀੜਾ ਹੈ, ਉਹ ਤਾਂ ਸਾਡੇ ਅੰਦਰ ਉਸੇ ਤਰ੍ਹਾਂ ਹੀ ਮੌਜੂਦ ਰਹੇਗੀ। ਅਤੇ ਦੁੱਖ ਰਹੇ ਸਰੀਰ, ਸਾਡੇ ਸਰੀਰ ਵਿੱਚ ਵੀ ਦੁੱਖ ਬਣਿਆ ਰਹੇਗਾ। ਐਸਾ ਦਾਰੂ ਲੱਗੈ ਨਾ ਵੀਰ, ਵੀਰ ਦਾ ਅਰਥ ਹੈ ਭਰਾ, ਭਰਾਵਾ। ਇਹੋ ਜਿਹੀ ਦਵਾਈ ਜਿਹਦੇ ਨਾਲ ਦੁੱਖ ਦਰਦ ਦੂਰ ਨਾ ਹੋਵੇ, ਉਸ ਦਵਾਈ ਨੂੰ ਵਰਤਣ ਦਾ ਕੋਈ ਲਾਭ ਨਹੀਂ ਹੁੰਦਾ। ਐਸਾ ਦਾਰੂ ਲੱਗੈ ਨਾ ਵੀਰ, ਭਰਾਵਾ। ਇਹੋ ਜਿਹੀ ਦਵਾਈ, ਜਿਵੇਂ ਆਮ ਪੰਜਾਬੀ ਦਾ ਇਹ ਮੁਹਾਵਰਾ ਹੈ, ਜਦੋਂ ਆਪਾਂ ਕੋਈ ਦਵਾਈ ਵਰਤਦੇ ਹਾਂ, ਕਈ ਵਾਰੀ ਆਰਾਮ ਆ ਜਾਂਦਾ ਹੈ ਅਤੇ ਕਈ ਵਾਰੀ ਨਹੀਂ ਵੀ ਆਉਂਦਾ। ਉਸ ਵੇਲੇ ਆਪਾਂ ਇਹ ਮੁਹਾਵਰਾ ਵਰਤਦੇ ਹਾਂ ਵੀ ਇਹਨੂੰ ਹੁਣ ਦਵਾਈ ਲੱਗ ਗਈ ਹੈ, ਐਸਾ ਦਾਰੂ ਲੱਗੈ ਨਾ ਵੀਰ। ਜਦੋਂ ਕੋਈ ਦਵਾਈ ਮਾਫਕ ਆ ਜਾਵੇ, ਫਿੱਟ ਬੈਠ ਜਾਵੇ, ਕਹਿੰਦੇ ਹੁਣ ਇਹਨੂੰ ਦਵਾਈ ਲੱਗ ਗਈ ਹੈ। ਪਰ ਜਦੋਂ ਆਰਾਮ ਨਾ ਆਵੇ, ਕਹਿੰਦੇ ਇਹਨੂੰ ਦਵਾਈ ਲੱਗਦੀ ਕੋਈ ਨਹੀਂ। ਐਸਾ ਦਾਰੂ ਲੱਗੈ ਨਾ ਵੀਰ। ਹਜ਼ੂਰ ਕਹਿੰਦੇ, ਭਰਾਵਾ, ਜਿਸ ਦਵਾਈ ਦੇ ਨਾਲ ਸਰੀਰ ਦਾ ਦੁੱਖ ਦਰਦ ਦੂਰ ਨਹੀਂ ਹੁੰਦਾ, ਫਿਰ ਇਹੋ ਜਿਹੀ ਦਵਾਈ ਵਰਤਣ ਦਾ ਕੋਈ ਫਾਇਦਾ ਨਹੀਂ ਹੈ। ਫਿਰ ਇਹ ਕਹਿਣ ਲੱਗਾ, ਮਹਾਰਾਜ, ਫਿਰ ਕਿਰਪਾ ਕਰਕੇ ਮੈਨੂੰ ਇਹ ਦੱਸੋ, ਇਸ ਜੀਵ ਨੂੰ ਕਿਹੜੇ ਕਿਹੜੇ ਦੁੱਖ ਚਿੰਬੜੇ ਹੋਏ ਨੇ, ਫਿਰ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਪਹਿਲਾਂ ਉਹ ਜਿਹੜੇ ਵੱਡੇ ਦੁੱਖ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਅਤੇ ਫਿਰ ਉਹਨਾਂ ਦਾ ਇਲਾਜ ਵੀ ਦੱਸਿਆ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪਹਿਲਾ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਮਲਾਰ ਰਾਗ ਹੈ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਹਜ਼ੂਰ ਫਰਮਾਉਂਦੇ ਨੇ, ਦੁੱਖ ਵਿਛੋੜਾ। ਵੈਦ ਹਰਦਾਸ ਜੀ, ਇੱਕ ਤੇ ਸਭ ਤੋਂ ਵੱਡਾ ਦੁੱਖ ਜਿਹੜਾ ਉਸ ਪਰਮ ਪਿਤਾ ਪਰਮਾਤਮਾ ਦੇ ਨਾਲੋਂ ਵਿਛੋੜਾ ਪੈ ਗਿਆ, ਸਭ ਤੋਂ ਪਹਿਲਾਂ ਵੱਡਾ ਦੁੱਖ ਇਹੀ ਹੈ। ਵਿੱਚੋਂ ਗਰਭੈ ਨਿਕਲੇ ਆਇਆ, ਖਸਮ ਵਿਸਾਰ ਧੁਨੀ ਚਿਤ ਲਾਇਆ। ਜਿਵੇਂ ਕੋਈ ਛੋਟਾ ਬੱਚਾ ਪਿਤਾ ਦੀ ਉਂਗਲ ਫੜ ਕੇ ਬਾਜ਼ਾਰ ਵਿੱਚ ਚਲਿਆ ਜਾਵੇ ਜਾਂ ਮੇਲਾ ਦੇਖਣ ਚਲਿਆ ਜਾਵੇ, ਉੱਥੇ ਭੀੜ ਦੇ ਵਿੱਚ ਪਿਤਾ ਦੀ ਉਂਗਲ ਛੱਡ ਕੇ ਗੁਆਚ ਜਾਵੇ, ਫਿਰ ਉਸ ਬੱਚੇ ਨੂੰ ਜਦੋਂ ਪਿਤਾ ਦੀ ਯਾਦ ਆਉਂਦੀ ਹੈ, ਜ਼ਾਰੋ ਜ਼ਾਰ ਰੋਣ ਲੱਗ ਜਾਂਦਾ ਹੈ। ਜੇ ਕੋਈ ਉਸ ਬੱਚੇ ਨੂੰ ਆਖੇ, ਬਈ ਤੈਨੂੰ ਮੈਂ ਕੁਛ ਖਾਣ ਲਈ ਲਿਆ ਕੇ ਦੇਣਾ ਹਾਂ, ਤੂੰ ਪਿਤਾ ਨੂੰ ਭੁੱਲ ਜਾ, ਤੈਨੂੰ ਖੇਡਣ ਲਈ ਵਧੀਆ ਖਿਡੌਣੇ ਲਿਆ ਕੇ ਦੇਵਾਂਗਾ, ਤੂੰ ਆਪਣੇ ਪਿਤਾ ਨੂੰ ਭੁੱਲ ਜਾ। ਪਰ ਉਹ ਬੱਚਾ ਜਿਹੜਾ ਪਿਤਾ ਤੋਂ ਵਿਛੜਿਆ ਹੁੰਦਾ ਹੈ, ਉਹ ਕਦੇ ਪਿਤਾ ਨੂੰ ਭੁੱਲ ਨਹੀਂ ਸਕਦਾ, ਜ਼ਾਰੋ ਜ਼ਾਰ ਰੋਂਦਾ। ਇਸੇ ਲਈ ਹਜ਼ੂਰ ਕਹਿੰਦੇ, ਸਭ ਤੋਂ ਵੱਡਾ ਦੁੱਖ ਪ੍ਰਭੂ ਦਾ ਵਿਛੋੜਾ ਹੈ। ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਵਿਛੜ ਕੇ ਅਤੇ ਫਿਰ ਸਾਰੇ ਦੁੱਖ ਭੋਗ ਰਹੇ ਹਾਂ। ਇੱਕ ਦੁੱਖ ਭੋਗ, ਇੱਕ ਹੋਰ ਦੁੱਖ ਹੈ, ਉਹ ਹੈ ਭੁੱਖ ਦਾ ਦੁੱਖ। ਭੁੱਖ ਦਾ ਦੁੱਖ ਵੀ ਇਹ ਬਹੁਤ ਵੱਡਾ ਦੁੱਖ ਹੈ।
ਇੱਕ ਤਾਂ ਪ੍ਰਭੂ ਦਾ ਵਿਛੋੜਾ ਸਭ ਤੋਂ ਵੱਡਾ ਦੁੱਖ ਹੋ ਗਿਆ। ਇੱਥੇ ਭੁੱਖ ਤੋਂ ਮੁਰਾਦ ਇੱਕ ਤਾਂ ਤਨ ਦੀ ਭੁੱਖ ਹੈ, ਦੂਜੀ ਮਨ ਦੀ ਭੁੱਖ ਹੈ। ਹੁਣ ਜੇ ਖਾਣ ਲਈ ਸਾਨੂੰ ਲੰਗਰ ਨਾ ਮਿਲੇ, ਭੋਜਨ ਨਾ ਮਿਲੇ, ਤੇ ਉਸ ਵੇਲੇ ਵੀ ਸਾਡੇ ਤਨ ਦੀ ਤੇ ਮਨ ਦੀ ਹਾਲਤ ਵਿਗੜ ਜਾਂਦੀ। ਕਿਤੇ 2 ਦਿਨ ਭੁੱਖੇ ਰਹਿ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਭੁੱਖ ਦਾ ਦੁੱਖ ਕਿਤਨਾ ਵੱਡਾ ਹੁੰਦਾ। ਭੁੱਖ ਦਾ ਦੁੱਖ ਤੇ ਨਾਲ ਹੀ ਜਿਹੜੀ ਆਸਾ ਦੀ ਭੁੱਖ ਤੇ ਤ੍ਰਿਸ਼ਨਾ ਦੀ ਪਿਆਸ ਸਾਡੇ ਅੰਦਰ ਲੱਗੀ ਹੋਈ ਹੈ, ਇਹ ਮਾਨਸਿਕ ਭੁੱਖ ਦਾ ਦੁੱਖ ਵੀ ਬਹੁਤ ਵੱਡਾ ਹੈ। ਠੀਕ ਹੈ, ਜਿਹੜੀ ਤਨ ਦੀ ਭੁੱਖ ਹੈ 2 ਟਾਈਮ ਪ੍ਰਸ਼ਾਦਾ ਛਕ ਕੇ ਮਿਟ ਜਾਂਦੀ ਹੈ, ਪਰ ਜਿਹੜੀ ਮਨ ਦੀ ਭੁੱਖ ਹੈ ਨਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਝੀ ਹੈ। ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸਹਿਸ ਕਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਇਹ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਖਈ ਰੋਗ ਹੈ। ਖਈ ਰੋਗ ਉਸ ਨੂੰ ਕਹਿੰਦੇ ਸਨ। ਕਈ ਆਦਮੀਆਂ ਨੂੰ ਇੰਨੀ ਭੁੱਖ ਲੱਗਦੀ ਸੀ, ਖਾਈ ਤੁਰੀ ਜਾਂਦੇ ਸੀ, ਰਾਈਦੇ ਨਹੀਂ ਸੀ। ਬਸ ਹਰ ਵੇਲੇ ਖਾਣ ਲਈ ਤਿਆਰ ਰਹਿੰਦੇ ਸਨ। ਜੋ ਖਾਂਦੇ ਸੀ ਉਹ ਭਸਮ ਹੋ ਜਾਂਦਾ ਸੀ। ਇੱਕ ਵਾਰੀ ਰੱਜ ਕੇ ਖਾ ਲਿਆ, ਅੱਧੇ ਘੰਟੇ ਮਗਰੋਂ ਫੇਰ ਭੁੱਖ ਲੱਗ ਗਈ, ਉਹਨੂੰ ਖਈ ਰੋਗ ਕਹਿੰਦੇ ਸਨ। ਇਹ ਜਿਹੜਾ ਇੱਕ ਦੁੱਖ ਭੋਗ, ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ, ਖਈ ਰੋਗ ਸਾਨੂੰ ਚਿੰਬੜਿਆ ਹੋਇਆ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਸਾਰੀਆਂ ਪੁਰੀਆਂ ਦੇ ਭਾਰ ਬੰਨ੍ਹ ਕੇ ਕੋਈ ਸਾਡੇ ਅੱਗੇ ਲਿਆ ਕੇ ਰੱਖ ਦੇਵੇ, ਲਓ ਆ ਸਾਰੇ ਪਦਾਰਥ ਤੁਹਾਡੇ ਨੇ, ਤਾਂ ਵੀ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ। ਹਰ ਮਨੁੱਖ ਦੀ ਭੁੱਖ ਇੰਨੀ ਵਧੀ ਹੋਈ ਹੈ, ਉਹ ਕਹਿੰਦਾ ਸਾਰੀ ਦੁਨੀਆ ਦਾ ਧਨ ਸੋਨਾ ਚਾਂਦੀ ਮੇਰੇ ਕੋਲ ਆ ਜਾਵੇ, ਫਿਰ ਕਿਹੜਾ ਭੁੱਖ ਮਿਟ ਜਾਵੇਗੀ? ਫਿਰ ਵੀ ਨਹੀਂ ਮਿਟਦੀ। ਇਹ ਵੀ ਇੱਕ ਵੱਡਾ ਦੁੱਖ ਹੈ। ਭੁੱਖ ਦਾ ਦੁੱਖ ਬਹੁਤ ਵੱਡਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਵੈਦ ਜੀ, ਇੱਕ ਤੇ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਸਾਰਿਆਂ ਨੂੰ ਲੱਗਿਆ ਹੋਇਆ, ਤੇ ਦੂਜਾ ਤ੍ਰਿਸ਼ਨਾ ਦੀ ਭੁੱਖ ਦਾ ਦੁੱਖ ਲੱਗਿਆ ਹੋਇਆ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਜਮਦੂਤਾਂ ਦਾ ਵੀ ਹੈ। ਕਿਉਂਕਿ ਜਿਹੜੇ ਜਮਦੂਤ ਨੇ ਸਖਤ ਵਾਰ, ਉਹ ਬੜੀ ਸ਼ਕਤੀ ਵਾਲੇ ਨੇ, ਬੜੇ ਡਾਢੇ ਨੇ, ਬੜੇ ਤਕੜੇ ਨੇ। ਤੈ ਕਰ ਦਲ ਕਰਨ ਮਹਾਬਲੀ, ਤਿਨ ਆਗਲੜਾ ਮੈਂ ਰਹਿਣ ਨਾ ਜਾਏ। ਜਿਹੜੇ ਕਰਨ ਵਰਗੇ ਸੂਰਮੇ ਹੋਏ ਨੇ, ਕਰਨ ਅਰਜਨ ਦਾ ਪੁੱਤਰ ਸੀ, ਉਹ ਵੀ ਉਸ ਮੌਤ ਦੇ ਸਾਹਮਣੇ ਖਲੋ ਨਹੀਂ ਸਕੇ। ਇਸੇ ਲਈ ਇਹ ਜਿਹੜੇ ਸ਼ਕਤੀ ਵਾਲੇ ਜਮਦੂਤ ਨੇ, ਇਹਨਾਂ ਦਾ ਵੀ ਦੁੱਖ ਸਾਨੂੰ ਸਤਾਉਂਦਾ ਰਹਿੰਦਾ। ਹਰ ਆਦਮੀ ਨੂੰ ਮੌਤ ਤੋਂ ਡਰ ਲੱਗਦਾ ਹੈ। ਇਹ ਜਮਦੂਤਾਂ ਦਾ ਦੁੱਖ ਹੈ। ਇੱਕ ਵਿਛੋੜੇ ਦਾ ਦੁੱਖ ਹੋ ਗਿਆ, ਦੂਸਰਾ ਦੁੱਖ ਹੋ ਗਿਆ ਤ੍ਰਿਸ਼ਨਾ ਦੀ ਭੁੱਖ ਦਾ, ਤੀਜਾ ਦੁੱਖ ਜਿਹੜੇ ਡਾਢੇ ਜਮਦੂਤ ਨੇ ਉਹਨਾਂ ਦਾ ਵੀ ਸਾਨੂੰ ਸਤਾਉਂਦਾ ਰਹਿੰਦਾ ਹੈ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਇੱਕ ਦੁੱਖ ਰੋਗ ਦਾ ਵੀ ਹੈ। ਸਾਡੇ ਸਰੀਰ ਨੂੰ ਕੋਈ ਬਿਮਾਰੀ ਆ ਕੇ ਲੱਗ ਜਾਂਦੀ ਹੈ, ਧਾਵਾ ਕਰਕੇ ਕੋਈ ਰੋਗ ਸਾਨੂੰ ਚਿੰਬੜ ਜਾਂਦਾ ਹੈ, ਫਿਰ ਉਹਦਾ ਵੀ ਡਰ ਸਾਡੇ ਮਨ ਦੇ ਵਿੱਚ ਬਣਿਆ ਰਹਿੰਦਾ ਹੈ ਵੀ ਕੋਈ ਸਾਨੂੰ ਸਰੀਰਕ ਬਿਮਾਰੀ ਨਾ ਲੱਗ ਜਾਵੇ। ਕਈ ਐਸੀਆਂ ਨਾ ਮੁਰਾਦ ਬਿਮਾਰੀਆਂ ਹੁੰਦੀਆਂ ਨੇ। ਹੁਣ ਕਈਆਂ ਨੂੰ ਸ਼ੂਗਰ ਵੱਧ ਜਾਂਦੀ, ਕਿਸੇ ਦੀ ਘਟ ਜਾਂਦੀ ਹੈ, ਕਿਸੇ ਦਾ BP ਹਾਈ ਹੋ ਜਾਂਦਾ, ਕਿਸੇ ਦਾ ਲੋ ਹੋ ਜਾਂਦਾ, ਕਿਸੇ ਦੀ ਦਿਲ ਦੀ ਧੜਕਣ ਵੱਧ ਜਾਂਦੀ ਹੈ, ਕਿਸੇ ਦੀ ਘਟ ਜਾਂਦੀ ਹੈ। ਇਹ ਸਰੀਰਕ ਰੋਗ ਨੇ। ਇਹਨਾਂ ਦਾ ਵੀ ਡਰ ਬਣਿਆ ਰਹਿੰਦਾ ਹੈ, ਕੋਈ ਸਾਨੂੰ
ਸਰੀਰਕ ਦੁੱਖ ਕੋਈ ਬਿਮਾਰੀ ਨਾ ਆ ਕੇ ਚਿੰਬੜ ਜਾਵੇ। ਵੈਦ ਨਾ ਭੋਲੇ ਦਾਰੂ ਲਾਏ। ਸਤਿਗੁਰੂ ਕਹਿੰਦੇ ਭੋਲੇ ਵੈਦ, ਆਹ ਜਿਹੜੇ ਦੁੱਖ ਸਾਨੂੰ ਚਿੰਬੜੇ ਹੋਏ ਨੇ, ਆਹ ਜੋ ਬਿਮਾਰੀਆਂ ਨੇ, ਇਹਨਾਂ ਦੇ ਲਈ ਜੇ ਤੇਰੇ ਕੋਲ ਕੋਈ ਦਵਾਈ ਹੈ, ਉਹ ਫਿਰ ਲਾ, ਕਿਉਂ ਤੂੰ ਸੰਕੋਚ ਕਰ ਰਿਹਾ? ਦੁੱਖ ਅਸੀਂ ਤੈਨੂੰ ਦੱਸ ਦਿੱਤੇ ਨੇ, ਕਿਹੜੇ ਦੁੱਖ ਸਾਨੂੰ ਲੱਗੇ ਹੋਏ ਨੇ। ਜੇ ਤੇਰੇ ਕੋਲ ਇਹਨਾਂ ਦੁੱਖਾਂ ਦੀ ਦਾਰੂ ਹੈ, ਫਿਰ ਲਾ ਦੇ। ਲਾਉਂਦਾ ਕਿਉਂ ਨਹੀਂ? ਵੈਦ ਨਾ ਭੋਲੇ ਦਾਰੂ ਲਾਏ। ਜੇ ਤੇਰੇ ਕੋਲ ਇਹੋ ਜਿਹੇ ਦੁੱਖਾਂ ਦੀ ਦਾਰੂ ਹੈ ਤੇ ਫਿਰ ਲਾ, ਤੇ ਨਹੀਂ ਤੇ ਜੇ ਤੂੰ ਵੀ ਇਹਨਾਂ ਦੁੱਖਾਂ ਦਾ ਸ਼ਿਕਾਰ ਹੈ, ਤੇ ਫਿਰ ਅਸੀਂ ਤੈਨੂੰ ਦੱਸਾਂਗੇ ਕਿਹੜੀ ਦਵਾਈ ਇਹਨਾਂ ਦੁੱਖਾਂ ਨੂੰ ਦੂਰ ਕਰ ਸਕਦੀ ਹੈ। ਫਿਰ ਇਹ ਵੈਦ ਕਹਿਣ ਲੱਗਾ, ਮਹਾਰਾਜ ਬਈ ਮੈਨੂੰ ਤੇ ਇਹਨਾਂ ਦੁੱਖਾਂ ਦੇ ਬਾਰੇ ਇੰਨਾ ਪਤਾ ਨਹੀਂ ਹੈ, ਤੇ ਨਾ ਹੀ ਮੈਂ ਇਹਨਾਂ ਦੁੱਖਾਂ ਦੀ ਕੋਈ ਦਵਾਈ ਜਾਣਦਾ ਹਾਂ। ਤੁਸੀਂ ਵੈਦ ਹੋ, ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹਨਾਂ ਦੁੱਖਾਂ ਦਾ ਦਾਰੂ ਕੀ ਹੈ। ਤਾਂ ਗਰੀਬਨ ਵਾਜ ਸਤਿਗੁਰੂ ਜੀ ਅੱਗੇ ਜਾ ਕੇ ਇਹਨਾਂ ਦੁੱਖਾਂ ਦਾ ਦਾਰੂ ਦੱਸਣਗੇ। ਪਰ ਹਾਲੇ ਵੈਦ ਨੂੰ ਕਹਿੰਦੇ ਨੇ, ਵੈਦ ਨਾ ਭੋਲੇ ਦਾਰੂ ਲਾਏ। ਐ ਭੋਲੇ ਵੈਦ, ਤੂੰ ਸਾਡੇ ਸਰੀਰ 'ਤੇ ਦਵਾਈ ਕਿਉਂ ਨਹੀਂ ਲਾਉਂਦਾ? ਆਹ ਦੁੱਖ ਤੈਨੂੰ ਦੱਸ ਦਿੱਤੇ ਨੇ, ਜੇ ਤੇਰੇ ਕੋਲੇ ਕੋਈ ਦਵਾਈ ਹੈ ਤੇ ਉਹ ਲਾ ਦੇ, ਸਾਡੇ ਦੁੱਖਾਂ ਨੂੰ ਦੂਰ ਕਰ ਦੇ। ਤੇ ਨਾਲ ਹੀ ਸਤਿਗੁਰੂ ਅੱਗੇ ਕਹਿੰਦੇ ਹਨ, ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੈ ਨਾ ਬੀਰ। ਬੀਰ ਦਾ ਅਰਥ ਹੁੰਦਾ ਭਰਾ। ਉਹ ਭਰਾਵਾ, ਜਿਹੜੀ ਦਵਾਈ ਵਰਤਣ ਦੇ ਨਾਲ ਸਾਡੇ ਸਰੀਰ ਵਿੱਚ ਦੁੱਖ ਦਰਦ ਬਣਿਆ ਰਵੇ, ਪੀੜਾ ਦੁੱਖ ਤਕਲੀਫ ਦੂਰ ਨਾ ਹੋ ਸਕੇ, ਇਹੋ ਜਿਹੀ ਦਵਾਈ ਵਰਤਣ ਦੀ ਕੋਈ ਲੋੜ ਨਹੀਂ ਹੈ। ਜਿਹੜੀ ਦਵਾਈ ਦਾ ਅਸਰ ਹੀ ਕੋਈ ਨਹੀਂ ਸਾਡੇ 'ਤੇ ਹੁੰਦਾ, ਫਿਰ ਉਸ ਦਵਾਈ ਨੂੰ ਵਰਤਣ ਦਾ ਲਾਭ ਕੀ ਹੈ? ਕੁਝ ਵੀ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਹੜੀਆਂ ਤੂੰ ਦਵਾਈਆਂ ਚੱਕੀ ਫਿਰਦਾ, ਇਹਨਾਂ ਦਵਾਈਆਂ ਦੇ ਨਾਲ ਆਹ ਦੁੱਖ ਦੂਰ ਨਹੀਂ ਹੋਣੇ ਜਿਹੜੇ ਪਿੱਛੇ ਦੱਸੇ ਨੇ। ਐਸਾ ਦਾਰੂ ਲੱਗੈ ਨਾ ਬੀਰ। ਇਹ ਤੇਰੀ ਦਵਾਈ ਉਹਨਾਂ ਰੋਗਾਂ ਨੂੰ ਕੱਟ ਨਹੀਂ ਸਕਦੀ, ਉਹਨਾਂ ਰੋਗਾਂ ਨੂੰ ਨਾਸ਼ ਨਹੀਂ ਕਰ ਸਕਦੀ। ਤੇ ਫਿਰ ਇਹ ਕਹਿਣ ਲੱਗਾ, ਮਹਾਰਾਜ ਫਿਰ ਕਿਰਪਾ ਕਰਕੇ ਮੈਨੂੰ ਇਹ ਦੱਸੋ, ਇਹ ਜਿਹੜੇ ਰੋਗ ਨੇ ਲੱਗਦੇ ਕਿਉਂ ਨਹੀਂ? ਹੁਣ ਆਮ ਤੌਰ 'ਤੇ ਜਿਹੜੇ ਡਾਕਟਰ ਨੇ, ਉਹ ਰੋਗਾਂ ਦਾ ਇਲਾਜ ਤਾਂ ਜ਼ਰੂਰ ਕਰਦੇ ਨੇ, ਪਰ ਜੇ ਕੋਈ ਉਹਨਾਂ ਨੂੰ ਇਹ ਗੱਲ ਪੁੱਛ ਲਵੇ ਵੀ ਰੋਗ ਲੱਗਦੇ ਕਿਉਂ ਨੇ, ਡਾਕਟਰ ਵੀ ਸੋਚਣ ਲੱਗ ਜਾਂਦੇ ਨੇ। ਇਹਦੇ ਬਾਰੇ ਸਹੀ ਜਵਾਬ ਉਹਨਾਂ ਕੋਲ ਵੀ ਨਹੀਂ ਹੁੰਦਾ। ਫਿਰ ਉਹ ਕਹਿੰਦੇ ਨੇ, ਨਹੀਂ, ਇਹ ਖਾਣ ਪੀਣ ਦੇ ਨਾਲ ਲੱਗ ਜਾਂਦੇ ਨੇ। ਕਈ ਕਹਿ ਦਿੰਦੇ ਨੇ, ਇਹ ਜੀ ਟੈਨਸ਼ਨ ਦੇ ਨਾਲ ਰੋਗ ਲੱਗ ਜਾਂਦੇ ਨੇ। ਇਉਂ ਡਾਕਟਰ ਪੱਲਾ ਝਾੜਦੇ ਨੇ। ਪਰ ਹੁਣ ਸੱਚੇ ਸਤਿਗੁਰੂ, ਸੱਚੇ ਵੈਦ ਨੇ ਸਾਨੂੰ ਰੋਗ ਕਿਉਂ ਲੱਗਦੇ ਨੇ, ਉਹਦਾ ਸਹੀ ਕਾਰਨ ਦੱਸਦੇ ਨੇ। ਲਓ ਧਿਆਨ ਦੇ ਨਾਲ ਸੁਣੋ। ਖਸਮ ਵਿਸਾਰ ਕੀਏ ਰਸ ਭੋਗ, ਤਾ ਤਨ ਉੱਠ ਖਲੋਏ ਰੋਗ। ਖਸਮ ਵਿਸਾਰ, ਅਸੀਂ ਉਸ ਮਾਲਕ ਨੂੰ ਭੁੱਲ ਜਾਂਦੇ ਹਾਂ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਲਈ ਮਰਜ਼ਾਦਾ ਬਣਾਈ ਹੈ। ਸਾਡੇ ਲਈ ਜੋ ਵੀ ਖਾਦ ਖੁਰਾਕ ਬਣਾਈ ਹੈ, ਅਸੀਂ ਉਸ ਮਰਜ਼ਾਦਾ ਨੂੰ, ਕੁਦਰਤ ਦੇ ਨਿਯਮਾਂ ਨੂੰ ਭੁੱਲ ਜਾਂਦੇ ਹਾਂ ਤੇ ਉਸ ਮਾਲਕ ਨੂੰ ਵਿਸਾਰ ਕੇ ਕੀਏ ਰਸ ਭੋਗ। ਅਸੀਂ ਕਈ ਤਰ੍ਹਾਂ ਦੇ ਭੋਗ ਦਾ ਅਰਥ ਹੈ, ਜਿਹੜੇ ਪਦਾਰਥ ਨੇ ਉਹਨਾਂ ਦੇ ਰਸ ਮਾਣਦੇ ਹਾਂ। ਕਦੇ ਕੁਛ ਖਾਂਦੇ ਰਹਿੰਦੇ ਹਾਂ। ਤਾਂ ਤਨ ਉੱਠ ਖਲੋਏ ਰੋਗ, ਉਹਨਾਂ ਦੇ ਕਾਰਨ ਹੀ ਸਾਡੇ ਤਨ ਉੱਤੇ ਰੋਗ ਬਿਮਾਰੀਆਂ ਉੱਠ ਕੇ ਖਲੋ ਜਾਂਦੀਆਂ ਨੇ। ਨਾਮ ਵਿਸਾਰ, ਇੱਕ ਥਾਂ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਵੀ ਬਚਨ ਲਿਖਿਆ ਹੈ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਸ ਤਨ ਦੇ ਵਿੱਚੋਂ ਗੁਰੂ ਦੀ ਬਾਣੀ ਵਿਸਰ ਜਾਂਦੀ ਹੈ, ਕਿਉਂਕਿ ਬਾਣੀ ਵਿੱਚ ਵੀ ਗੁਰੂ ਮਹਾਰਾਜ ਨੇ ਸਾਨੂੰ ਹਰ ਪੱਖ ਤੋਂ ਸੁਚੇਤ ਕੀਤਾ ਹੈ। ਖਾਣਾ ਕੀ ਹੈ, ਪਹਿਨਣਾ ਕੀ ਹੈ, ਬਾਣੀ ਪੜ੍ਹੋ ਧਿਆਨ ਦੇ ਨਾਲ। ਬਾਬਾ ਹੋਰ ਖਾਣਾ ਖੁਸ਼ੀ ਖੁਆਰ,
ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਇਹ ਖਾਣ ਪਹਿਨਣ ਦੇ ਨਾਲ ਵੀ ਬਿਮਾਰੀਆਂ ਲੱਗਦੀਆਂ ਨੇ। ਇਸੇ ਲਈ ਹਜ਼ੂਰ ਕਹਿਣ ਲੱਗੇ ਜਿਸ ਤਨ ਦੇ ਵਿੱਚੋਂ ਗੁਰੂ ਦੀ ਬਾਣੀ ਵਿਸਰ ਜਾਂਦੀ ਹੈ ਅਤੇ ਫਿਰ ਉਹਨੂੰ ਐਸੀਆਂ ਨਾਮੁਰਾਦ ਬਿਮਾਰੀਆਂ ਚਿੰਬੜਦੀਆਂ ਨੇ, ਫਿਰ ਉਹ ਜਿਵੇਂ ਕੋਈ ਕੋਹੜੀ ਆਦਮੀ ਵਿਰਲਾਪ ਕਰਦਾ ਹੈ, ਇਸੇ ਤਰ੍ਹਾਂ ਸਾਰੀ ਉਮਰ ਰੋਂਦਿਆਂ ਕਰਲਾਉਂਦਿਆਂ ਦੀ ਲੰਘ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਪਾਲਪੁਰ ਨਗਰ ਵਿੱਚ ਜਾਂਦੇ ਨੇ। ਇਹ ਪਾਕਿਸਤਾਨ ਦੇ ਵਿੱਚ ਵਾਕਿਆ ਹੈ। ਮਹਾਂਪੁਰਖ ਦੱਸਦੇ ਸਨ ਮਿੰਟਗੁਮਰੀ ਜ਼ਿਲ੍ਹੇ ਦੇ ਵਿੱਚ ਦੀਪਾਲਪੁਰ ਪਿੰਡ ਪੈਂਦਾ। ਹਜ਼ੂਰ ਜਦੋਂ ਦੀਪਾਲਪੁਰ ਪਿੰਡ ਵਿੱਚ ਜਾਂਦੇ ਨੇ, ਉਸ ਵੇਲੇ ਛਪਾਹ ਦਾ ਵਕਤ ਸੀ, ਸੂਰਜ ਡੁੱਬ ਰਿਹਾ ਸੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਇਸ ਨਗਰ ਦੇ ਵਸਨੀਕ ਸਨ ਉਹਨਾਂ ਨੂੰ ਪੁੱਛਿਆ, ਭਾਈ ਇੱਥੇ ਅਸੀਂ ਰਹਿਣ ਬਸੇਰਾ ਕਰਨਾ, ਕੋਈ ਧਰਮਸਾਲ, ਕੋਈ ਮੁਸਾਫਰਖਾਨਾ, ਕੋਈ ਐਸੀ ਜਗ੍ਹਾ ਮਿਲ ਸਕਦੀ ਹੈ ਜਿੱਥੇ ਅਸੀਂ ਰਾਤ ਵਿਸਰਾਮ ਕਰ ਸਕੀਏ। ਉਹ ਪਿੰਡ ਵਾਲੇ ਕਹਿਣ ਲੱਗੇ, ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਉਹਦੇ ਪਾਸ ਹੀ ਰਹਿ ਸਕਦੇ ਹੋ, ਵਰਨਾ ਸਾਡੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ। ਗਰੀਬਨ ਵਾਜ ਸਤਿਗੁਰੂ ਜੀ ਕਹਿਣ ਲੱਗੇ, ਏਡਾ ਵੱਡਾ ਪਿੰਡ ਵਸਦਾ ਹੈ ਅਤੇ ਇੱਥੇ 2-4 ਬੰਦਿਆਂ ਦੇ ਰਹਿਣ ਲਈ ਜਗ੍ਹਾ ਵੀ ਕੋਈ ਨਹੀਂ। ਕਹਿਣ ਲੱਗੇ, ਸਾਨੂੰ ਨਹੀਂ ਇਸ ਗੱਲ ਦਾ ਪਤਾ, ਜਾਓ ਜਿੱਥੇ ਮਰਜ਼ੀ ਜਾ ਕੇ ਰਾਤ ਰਹਿ ਸਕਦੇ ਹੋ। ਹਜ਼ੂਰ ਅੱਗੇ ਗਏ ਨੇ, ਹੋਰ 1-2 ਸੱਜਣ ਬੈਠੇ, ਉਹਨਾਂ ਨੂੰ ਪੁੱਛਿਆ, ਭਾਈ ਅਸੀਂ ਰਾਤ ਰਹਿਣਾ। ਆਪਸ ਵਿੱਚ ਕੁਸਰ ਮੁਸਰ ਕਰਨ ਲੱਗ ਪਏ, ਪਤਾ ਨਹੀਂ ਕੌਣ ਨੇ, ਚੋਰ ਨੇ, ਠੱਗ ਨੇ, ਬੇਈਮਾਨ ਨੇ, ਕੌਣ ਹੋ ਸਕਦਾ ਹੈ, ਇਹਨਾਂ ਨੂੰ ਆਪਾਂ ਘਰੇ ਨਹੀਂ ਰੱਖ ਸਕਦੇ। ਇਹ ਕਹਿਣ ਲੱਗਾ, ਇੱਕ ਤੁਹਾਡੀ ਹੀ ਜਾਤ ਦਾ ਫਕੀਰ ਹੈ, ਤੁਸੀਂ ਉਹਦੇ ਪਾਸ ਜਾ ਕੇ ਰਹਿ ਸਕਦੇ ਹੋ। ਹਜ਼ੂਰ ਕਹਿਣ ਲੱਗੇ, ਭਾਈ ਦੱਸੋ ਉਹਦਾ ਨਾਮ ਕੀ ਹੈ? ਕਹਿੰਦੇ ਉਹਦਾ ਨਾਮ ਹੈ ਰੰਗੀ ਸ਼ਾਹ। ਕਈਆਂ ਨੇ ਨੂਰੀ ਸ਼ਾਹ ਵੀ ਲਿਖਿਆ। ਕਹਿੰਦੇ ਉਹਦਾ ਨਾਮ ਰੰਗੀ ਸ਼ਾਹ ਹੈ। ਕਿੱਥੇ ਰਹਿੰਦਾ ਹੈ? ਕਹਿੰਦੇ ਉਹ ਬਾਹਰ ਇੱਕ ਝਿੜੀ ਹੈ, ਉੱਥੇ ਉਹਨੇ ਕੱਖਾਂ ਦੀ ਕੁੱਲੀ ਪਾਈ ਹੋਈ, ਉਹਦੇ ਵਿੱਚ ਰਹਿੰਦਾ। ਦੂਜਾ ਕਹਿਣ ਲੱਗਾ, ਥੋੜ੍ਹਾ ਜਿਹਾ ਬੰਦਾ ਸਿਆਣਾ ਹੋਵੇਗਾ, ਕਹਿਣ ਲੱਗਾ, ਨਹੀਂ ਉੱਥੇ ਨਾ ਜਾਇਓ, ਉਹਨੂੰ ਤਾਂ ਕੋਹੜ ਦੀ ਬਿਮਾਰੀ ਚਿੰਬੜੀ ਹੋਈ ਹੈ। ਕੋਹੜ ਦੀ ਬਿਮਾਰੀ ਛੂਤ ਦੀ ਬਿਮਾਰੀ ਹੁੰਦੀ ਹੈ, ਜੇ ਤੁਸੀਂ ਚਲੇ ਗਏ ਤੁਹਾਨੂੰ ਵੀ ਲੱਗ ਸਕਦੀ, ਤੁਸੀਂ ਉੱਥੇ ਨਾ ਜਾਇਓ। ਉਹ ਦੂਜੇ ਕਹਿੰਦੇ, ਕੋਈ ਨਹੀਂ, ਜਾਣ ਦੇ, ਫਿਰ ਤੂੰ ਆਪਣੇ ਘਰੇ ਰੱਖੇਂਗਾ, ਜਿਵੇਂ ਪਿੰਡਾਂ ਵਾਲੇ ਲੋਕਾਂ ਦੇ ਸੁਭਾਅ ਹੁੰਦੇ ਨੇ। ਲਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਤਰਸ ਆਇਆ, ਚਲੋ ਇਸ ਪਿੰਡ ਵਾਲਿਆਂ ਕੋਲ ਤਾਂ ਸਾਡੇ ਰਹਿਣ ਲਈ ਜਗ੍ਹਾ ਨਹੀਂ ਹੈ, ਚਲੋ ਹੁਣ ਉਸ ਰੰਗੀ ਸ਼ਾਹ ਫਕੀਰ ਕੋਲ ਹੀ ਚੱਲਦੇ ਹਾਂ। ਜਦੋਂ ਗੁਰੂ ਮਹਾਰਾਜ ਝਿੜੀ ਵੱਲ ਨੂੰ ਤੁਰੇ ਨੇ, ਸੂਰਜ ਛਿਪ ਰਿਹਾ ਸੀ। ਉਸ ਫਕੀਰ ਨੇ ਦੂਰੋਂ ਆਉਂਦੇ ਗੁਰੂ ਮਹਾਰਾਜ ਦੇ ਵੱਲ ਨਿਗਾਹ ਲਾਈ, ਟਿਕੀ ਲਾਈ, ਨੀਝ ਲਾ ਕੇ ਵੇਖਣ ਲੱਗਿਆ, ਰਾਤ ਪੈਣ ਵਾਲੀ ਹੈ, ਵੀ ਇਹ ਕੌਣ ਮੇਰੇ ਵੱਲ ਆ ਰਿਹਾ ਹੈ। ਮਨ ਵਿੱਚ ਸੋਚਦਾ ਹੈ ਵੀ ਮੇਥੋਂ ਤਾਂ ਆਦਮੀ ਰਸਤਾ ਬਦਲ ਕੇ ਲੰਘਦੇ ਨੇ, ਇੰਨੀ ਨਫ਼ਰਤ ਕਰਦੇ ਨੇ ਬਈ ਕਿਧਰੇ ਇਹ ਕੋਹੜੀ ਦਾ ਪਰਛਾਵਾਂ ਨਾ ਸਾਡੇ 'ਤੇ ਪੈ ਜਾਵੇ। ਹੁਣ ਜੇ ਉਹ ਮੇਰੇ ਵੱਲ ਆ ਰਹੇ ਨੇ, ਇਹ ਕੌਣ ਨੇ? ਕਿਤੇ ਭੁੱਲੇ ਰਾਹੀ ਨਾ ਹੋਣ। ਫਿਰ ਮਨ ਵਿੱਚ ਸੋਚਦਾ ਹੈ, ਪਤਾ ਨਹੀਂ ਕੋਈ ਰੱਬ ਨੇ ਮੇਰੇ ਇਲਾਜ ਵਾਸਤੇ ਇਹਨਾਂ ਨੂੰ ਭੇਜਿਆ ਹੋਵੇ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਨੇੜੇ ਆ ਗਏ, ਸਤਿਗੁਰੂ ਦਾ ਰੂਹਾਨੀ ਦੀਦਾਰ ਕਰਕੇ ਇਹਦੇ ਮਨ ਨੂੰ ਸ਼ਾਂਤੀ ਜੀ ਆ ਗਈ, ਸਕੂਨ ਮਿਲਿਆ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾਂ ਸਾਹਮਣੇ। ਜਦੋਂ ਇੱਕ ਵਾਰੀ ਸਾਹਮਣੇ ਦੀਦਾਰ ਹੋਏ, ਇਹਦਾ ਤਨ ਤੇ ਮਨ ਖਿੜ ਗਿਆ।
ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਹੁਣ ਜਿਹੜੀ ਕੁੱਲੀ ਵਿੱਚ ਰਹਿੰਦਾ ਸੀ ਉਹਦੇ ਵਿੱਚ ਕੋਈ ਹੋਰ ਜਗ੍ਹਾ ਰਹਿਣ ਨੂੰ ਨਹੀਂ ਸੀ, ਇਕੱਲਾ ਇਹੀ ਰਹਿ ਸਕਦਾ ਸੀ। ਕੁਛ ਮਾੜਾ ਮੋਟਾ ਸਾਜੋ ਸਮਾਨ ਇਹਦਾ ਹੋਣਾ ਗਰੀਬ ਦਾ ਰੱਖਿਆ। ਗੁਰੂ ਮਹਾਰਾਜ ਨੇ ਥੋੜ੍ਹੀ ਜਿਹੀ ਦੂਰੀ 'ਤੇ ਇੱਕ ਦਰਖਤ ਦੇ ਹੇਠਾਂ ਆਸਣ ਲਾ ਲਿਆ। ਜਿੰਨਾ ਚਿਰ ਤੱਕ ਸਤਿਗੁਰੂ ਦੇ ਦਰਸ਼ਨ ਹੁੰਦੇ ਰਹੇ, ਸੂਰਜ ਦਾ ਚਾਨਣ ਸੀ, ਦਰਸ਼ਨ ਹੁੰਦੇ ਰਹੇ ਅਤੇ ਇਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਰਹੀ, ਇਹਨੂੰ ਆਪਣਾ ਦੁੱਖ ਭੁੱਲਿਆ ਰਿਹਾ। ਅਤੇ ਜਦੋਂ ਹਨੇਰਾ ਪਸਰਿਆ, ਕੁਛ ਦੂਰੀ 'ਤੇ ਸਤਿਗੁਰੂ ਬੈਠੇ ਸਨ, ਦਰਸ਼ਨ ਦੀਦਾਰੇ ਹੋਣੋਂ ਬੰਦ ਹੋ ਗਏ। ਹੁਣ ਅੱਗੇ ਦ੍ਰਿਸ਼ਟੀ ਹਨੇਰੇ ਵੱਲ ਦਰਸ਼ਨ ਦੀਦਾਰੇ ਕਰਨ ਦੀ ਅਸਮਰੱਥ ਹੋ ਗਈ। ਫਿਰ ਇਹਨੇ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਰੋਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਰੋਂਦਾ ਰੋਂਦਾ ਕਈ ਵਾਰੀ ਆਪਣੇ ਪਰਿਵਾਰ ਨੂੰ ਮੰਦਾ ਚੰਗਾ ਬੋਲਣ ਲੱਗ ਜਾਂਦਾ ਹੈ। ਜਦੋਂ ਆਦਮੀ ਬਿਮਾਰ ਹੁੰਦਾ ਹੈ ਨਾ, ਲਾਚਾਰ ਹੁੰਦਾ, ਉਹਦੇ ਮੂੰਹੋਂ ਗਿਲੇ ਸ਼ਿਕਵੇ ਨਿਕਲਦੇ ਨੇ। ਬੜੇ ਗਿਲੇ ਸ਼ਿਕਵੇ ਕਰ ਰਿਹਾ, ਕਦੇ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਭੰਡਦਾ ਹੈ, ਕਦੇ ਕਿਸੇ ਨੂੰ ਕਹੀ ਜਾਂਦਾ ਹੈ ਇਹਨਾਂ ਨੇ ਮੇਰੇ ਨਾਲ ਕੀ ਵੈਰ ਕਮਾਇਆ ਹੈ। ਹੌਲੀ ਹੌਲੀ ਫਿਰ ਪਰਮੇਸ਼ਰ 'ਤੇ ਵੀ ਗਿਲੇ ਸ਼ਿਕਵੇ ਕਰਨ ਲੱਗ ਪਿਆ। ਹੁਣ ਜਦੋਂ ਆਦਮੀ ਨੂੰ ਹੋਰ ਕੋਈ ਨਾ ਲੱਭੇ, ਫਿਰ ਰੱਬ 'ਤੇ ਦੋਸ਼ ਦੇਣ ਲੱਗ ਜਾਂਦਾ ਵੀ ਮੈਂ ਦੱਸੋ ਰੱਬ ਦਾ ਕੀ ਵਿਗਾੜਿਆ ਸੀ, ਆਹ ਮੈਨੂੰ ਬਿਮਾਰੀ ਲੱਗ ਗਈ, ਆਹ ਮੈਨੂੰ ਦੁੱਖ ਮਿਲ ਗਿਆ, ਕਿਉਂ ਮਿਲਿਆ? ਅਤੇ ਆਪਾਂ ਕਹਿੰਦੇ ਰੱਬ ਨੇ ਦਿੱਤਾ, ਫਿਰ ਰੱਬ 'ਤੇ ਦੋਸ਼ ਲਾ ਦਿੰਦੇ। ਪਰ ਸਤਿਗੁਰੂ ਦੀ ਬਾਣੀ ਇਹ ਕਹਿੰਦੀ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਜਿਹੜਾ ਰੰਗੀ ਸ਼ਾਹ ਫਕੀਰ ਸੀ ਨਾ, ਜਦੋਂ ਨੌਜਵਾਨ ਅਵਸਥਾ ਸੀ ਅਤੇ ਇਹਨੇ ਉਸ ਵੇਲੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ। ਖਸਮ ਵਿਸਾਰ ਕੀ ਇਹ ਰਸ ਪੋ, ਨਸ਼ੇ ਵਿਸ਼ਿਆਂ ਦੇ ਵਿੱਚ ਪੈ ਗਿਆ। ਹੁਣ ਜਿਵੇਂ ਕਈ ਸਾਡੇ ਬੱਚੇ ਭਟਕ ਜਾਂਦੇ ਨੇ, ਨਸ਼ਿਆਂ ਵਿੱਚ ਪੈ ਜਾਂਦੇ ਨੇ, ਸਿਹਤ ਖਰਾਬ ਕਰ ਲੈਂਦੇ ਨੇ, ਇਹੀ ਹਾਲਤ ਇਹਦੀ ਹੋਈ। ਹੁਣ ਇਹਨੇ ਖੁਦ ਜਵਾਨੀ ਦੇ ਵਿੱਚ ਗਲਤੀਆਂ ਕੀਤੀਆਂ, ਉਹਦੇ ਕਾਰਨ ਬਿਮਾਰੀ ਲੱਗ ਗਈ ਅਤੇ ਹੁਣ ਇਹ ਦੂਜਿਆਂ ਨੂੰ ਕੋਸਣ ਲੱਗ ਪਿਆ, ਰੱਬ ਨੂੰ ਉਲਾਮੇ ਦੇਣ ਲੱਗ ਪਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹਿਰਦਾ ਉਸ ਪ੍ਰਭੂ ਦੇ ਪਿਆਰ ਵਿੱਚ ਲਬਰੇਜ ਸੀ। ਉਹ ਆਪਣੇ ਪਿਆਰੇ ਪ੍ਰਭੂ ਬਾਰੇ ਕੁਝ ਵੀ ਨਹੀਂ ਸੁਣ ਸਕਦੇ। ਜਦੋਂ ਇਹਨੇ ਵਾਹਿਗੁਰੂ 'ਤੇ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ। ਉਹ ਧਨਾਸਰੀ ਰਾਗ ਦਾ ਸ਼ਬਦ ਹੈ। ਧਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਅੱਗੇ ਰਹਾਉ ਦੀਆਂ ਪੰਕਤੀਆਂ ਆਉਂਦੀਆਂ ਨੇ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਇਹ ਬਹੁਤਾ ਬੋਲਦਾ ਸੀ ਨਾ, ਉੱਚਾ ਬੋਲਦਾ ਸੀ। ਗੁਰੂ ਮਹਾਰਾਜ ਕਹਿਣ ਲੱਗੇ, ਭਲਿਆ ਲੋਕਾਂ, ਬਹੁਤਾ ਬੋਲਣ ਦੀ ਲੋੜ ਨਹੀਂ। ਕੀ ਤੂੰ ਪਰਮੇਸ਼ਰ ਨੂੰ ਬੋਲਾ ਸਮਝਦਾ? ਅਤੇ ਜੇ ਉਹ ਬੋਲਾ ਹੋਵੇ ਫਿਰ ਉੱਚੀ ਬੋਲਣ ਦੀ ਲੋੜ ਪੈਂਦੀ ਹੈ। ਉਹ ਬਿਨ ਬੋਲੇ ਜਾਣਾ ਸਭ ਸੋਏ, ਉਹ ਤਾਂ ਜਾਣੀ ਜਾਣਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹਦੇ ਪਾਸ ਤੇ ਬੋਲਣ ਦੀ ਵੀ ਲੋੜ ਨਹੀਂ ਪੈਂਦੀ, ਬਿਨਾਂ ਬੋਲੇ ਤੋਂ ਸਭ ਕੁਝ ਜਾਣਦਾ। ਜਿਹੜਾ ਤੂੰ ਬਹੁਤਾ ਬੋਲਦਾ, ਝੱਖਾ ਮਾਰਦਾ, ਰੱਬ ਨੂੰ ਉਲਾਮੇ ਦੇਣਾ ਤੇਰੇ ਵਾਸਤੇ ਠੀਕ ਨਹੀਂ। ਇਹ ਤੇਰੇ ਆਪਣੇ ਕਰਮਾਂ ਦਾ ਫਲ ਹੈ। ਜੋ ਤੂੰ ਦੁੱਖ ਭੋਗ ਰਿਹਾ, ਜੋ ਬਿਮਾਰੀਆਂ ਲੱਗੀਆਂ ਨੇ, ਇਹ ਰੱਬ ਨੇ ਨਹੀਂ ਲਾਈਆਂ, ਇਹ ਤੇਰੇ ਆਪਣੇ ਕਰਮਾਂ ਦਾ ਫਲ ਹੈ। ਅਤੇ ਹੁਣ ਜਦੋਂ ਇਹਨੂੰ ਇਹ ਗੁਰੂ ਮਹਾਰਾਜ ਨੇ ਦੱਸਿਆ ਵੀ ਤੇਰੇ ਕਰਮਾਂ ਦਾ ਫਲ ਹੈ, ਫਿਰ ਇਹ ਕਹਿਣ ਲੱਗਾ, ਮਹਾਰਾਜ ਮੇਰੇ 'ਤੇ ਹੁਣ ਕਿਰਪਾ ਕਰੋ। ਤਾਂ ਗੁਰੂ ਮਹਾਰਾਜ ਨੇ ਫਿਰ ਇਹਦੇ 'ਤੇ ਮਿਹਰ ਦੀ ਦ੍ਰਿਸ਼ਟੀ ਕੀਤੀ। ਇਹ ਬਾਣੀ ਉਚਾਰਨ ਕਰਕੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹਦੇ ਸਾਰੇ ਰੋਗ ਸੋਗ ਦੂਰ ਕਰ ਦਿੱਤੇ। ਇਸ ਰੰਗੀ ਸ਼ਾਹ ਫਕੀਰ ਨੂੰ ਗੁਰੂ ਮਹਾਰਾਜ ਨੇ
ਅਰੋਗ ਕਰ ਦਿੱਤਾ। ਕੋੜ ਦਾ ਵੀ ਰੋਗ, ਜਿਹਦੀ ਬਿਮਾਰੀ, ਜਿਸ ਬਿਮਾਰੀ ਦਾ ਕੋਈ ਇਲਾਜ ਨਹੀਂ ਸੀ, ਜਿਹਨੂੰ ਲਾ ਇਲਾਜ ਬਿਮਾਰੀ ਕਿਹਾ ਜਾਂਦਾ ਸੀ, ਉਹ ਵੀ ਇਹਦੀ ਹਟ ਗਈ। ਐਸੀ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ। ਅਤੇ ਫਿਰ ਇਹ ਕਹਿਣ ਲੱਗਾ, ਮਹਾਰਾਜ ਤੁਸੀਂ ਮੈਨੂੰ ਆ ਕੇ ਦਰਸ਼ਨ ਦਿੱਤੇ, ਤੁਹਾਡੀ ਕਿਰਪਾ ਦੇ ਨਾਲ ਮੈਂ ਤੰਦਰੁਸਤ ਹੋਇਆ ਹਾਂ। ਹੁਣ ਤੁਸੀਂ ਮੈਨੂੰ ਕੋਈ ਸੇਵਾ ਦੱਸੋ, ਮੈਂ ਤੁਹਾਡੀ ਸੇਵਾ ਕੀ ਕਰ ਸਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੈਨੂੰ ਤੇ ਤਨ ਦਾ ਰੋਗ ਸੀ, ਪਰ ਆਹ ਜਿਹੜੇ ਲੋਕ ਨੇ ਨਾ ਦੀਪਾਲਪੁਰ ਦੇ ਮੰਦੇ ਕੋੜੀ ਨੇ, ਮੰਦੇ ਰੋਗੀ ਨੇ, ਅਸੀਂ ਇਹਨਾਂ ਦਾ ਵੀ ਇਲਾਜ ਕਰਨਾ ਚਾਹੁੰਦੇ ਹਾਂ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧਨ ਵਾਲੇ। ਸਾਡੇ ਸਤਿਗੁਰੂ ਐਸੇ ਵੈਦ ਨੇ ਜਿਹੜੇ ਤਨ ਦੇ ਰੋਗਾਂ ਨੂੰ ਵੀ ਅਤੇ ਮਨ ਦੇ ਰੋਗਾਂ ਨੂੰ ਵੀ ਨਾਸ਼ ਕਰ ਸਕਦੇ ਨੇ। ਫਿਰ ਇਹ ਕਹਿਣ ਲੱਗਾ, ਦੱਸੋ ਫਿਰ ਮੈਂ ਹੁਣ ਕੀ ਕਰ ਸਕਦਾ। ਹਜ਼ੂਰ ਕਹਿੰਦੇ, ਤੂੰ ਜਾ ਕੇ ਲੋਕਾਂ ਨੂੰ ਦੱਸ, ਜੇ ਕਿਸੇ ਨੂੰ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਉਹ ਮੈਂ ਦੂਰ ਕਰ ਸਕਦਾ ਹਾਂ। ਉਹ ਪੁੱਛਣਗੇ ਤੂੰ ਕਿਵੇਂ ਦੂਰ ਕਰ ਸਕਦਾ ਹੈ, ਅਤੇ ਤੂੰ ਉਹਨਾਂ ਨੂੰ ਸਾਡੇ ਕੋਲ ਲੈ ਆਵੇਂ। ਅਤੇ ਫਿਰ ਅਸੀਂ ਉਹਨਾਂ ਦੇ ਦੁੱਖ ਦਾ ਦਾਰੂ ਦੱਸਾਂਗੇ, ਅਤੇ ਨਾਲ ਉਹਨਾਂ ਨੂੰ ਸਾਰੀ ਗੁਰਮਤਿ ਦੀ ਜਿਹੜੀ ਮਰਜ਼ਾਦਾ ਹੈ, ਕੀ ਸੰਜਮ ਹੈ, ਕੀ ਪਰਹੇਜ਼ ਹੈ, ਉਹ ਵੀ ਉਹਨਾਂ ਨੂੰ ਦੱਸਾਂਗੇ। ਫਿਰ ਉਹ ਰੰਗੀ ਸ਼ਾਹ ਫਕੀਰ ਦੀਪਾਲਪੁਰ ਪਿੰਡ ਵਿੱਚ ਗਿਆ, ਲੋਕਾਂ ਨੂੰ ਜਾ ਕੇ ਸੱਦਾ ਦਿੱਤਾ ਵੀ ਆਓ, ਜੇ ਕਿਸੇ ਨੂੰ ਦੁੱਖ ਤਕਲੀਫ ਹੈ। ਹੁਣ ਜਦੋਂ ਇਹ ਗੱਲ ਹੋਈ ਤਾਂ ਫਿਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਦੁਖੀ ਤਾਂ ਹਰ ਕੋਈ ਹੈ। ਬਾਬਾ ਫਰੀਦ ਜੀ ਨੂੰ ਪੁੱਛੋ ਉਹ ਕੀ ਕਹਿੰਦੇ ਨੇ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਦੁੱਖ ਦੀ ਆ ਘਰਾਂ ਘਰਾਂ ਦੇ ਵਿੱਚ ਬਲਦੀ ਹੈ। ਕਿਤੇ ਅੱਗ ਸੁਆਹ ਵਿੱਚ ਲੁਕੀ ਹੋਈ ਪੁੱਬਲ ਦੇ ਵਿੱਚ, ਉਹ ਵੀ ਸੇਕ ਮਾਰਦੀ ਰਹਿੰਦੀ ਹੈ। ਅਤੇ ਕਦੇ ਅੱਗ ਸੁਲਗਦੀ ਹੈ, ਅਤੇ ਕਦੇ ਅੱਗ ਬਲਦੀ ਹੈ, ਅਤੇ ਕਦੇ ਭਾਂਬੜ ਵੀ ਬਣ ਜਾਂਦੇ ਨੇ। ਇਸੇ ਤਰ੍ਹਾਂ ਹੀ ਦੁੱਖ ਦੀ ਅੱਗ ਸਭ ਦੇ ਅੰਦਰ ਬਲ ਰਹੀ ਹੈ। ਕਿਸੇ ਦੇ ਅੰਦਰ ਹੀ ਹੈ, ਸੀਨੇ ਦੇ ਵਿੱਚ ਹੀ ਧੁਖ ਰਹੀ ਹੈ, ਕਿਸੇ ਦੀ ਸੁਲਗ ਰਹੀ ਹੈ, ਕਿਸੇ ਘਰ ਵਿੱਚ ਬਲ ਰਹੀ ਹੈ, ਅਤੇ ਕਈਆਂ ਦੇ ਫਿਰ ਲਾਟਾਂ ਨਿਕਲਦੀਆਂ ਨੇ, ਫਿਰ ਉਹ ਘਰੋਂ ਬਾਹਰ ਅੱਗ ਵੀ ਨਿਕਲਦੀ, ਦੁੱਖ ਦੀ ਅੱਗ। ਲੜਾਈ ਝਗੜੇ ਹੁੰਦੇ ਨੇ, ਆਪਾਂ ਵੇਖਦੇ ਹੀ ਹਾਂ ਨਾ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਘਰਾਂ ਘਰਾਂ ਵਿੱਚ ਦੁੱਖ ਦੀ ਅੱਗ ਬਲ ਰਹੀ ਹੈ। ਹੁਣ ਜਦੋਂ ਲੋਕਾਂ ਨੇ ਸੁਣਿਆ ਵੀ ਇਹ ਕੋਈ ਦੁੱਖ ਦੂਰ ਕਰਨ ਵਾਸਤੇ ਕੋਈ ਐਸਾ ਵੈਦ, ਐਸਾ ਡਾਕਟਰ ਸਾਡੇ ਪਿੰਡ ਵਿੱਚ ਆਇਆ ਹੋਇਆ ਹੈ, ਲੋਕਾਂ ਨੇ ਵਹੀਰਾਂ ਘੱਤ ਦਿੱਤੀਆਂ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦੇ ਨੇ, ਕਈਆਂ ਨੇ ਪਹਿਲਾਂ ਵੀ ਦਰਸ਼ਨ ਤਾਂ ਕੀਤੇ ਸਨ, ਪਰ ਉਦੋਂ ਤਾਂ ਕਹਿੰਦੇ ਸਾਡੇ ਪਿੰਡ ਵਿੱਚ ਤੁਹਾਡੇ ਰਹਿਣ ਲਈ ਜਗ੍ਹਾ ਹੀ ਕੋਈ ਨਹੀਂ। ਹੁਣ ਆ ਕੇ ਚਰਨੀ ਡਿੱਗਦੇ ਨੇ, ਮਹਾਰਾਜ ਸਾਨੂੰ ਤਾਂ ਪਤਾ ਨਹੀਂ ਸੀ ਵੀ ਤੁਸੀਂ ਐਸੇ ਵੈਦ ਹੋ, ਐਸੇ ਡਾਕਟਰ ਹੋ, ਐਸੇ ਹਕੀਮ ਹੋ, ਤੁਸੀਂ ਸਾਰੇ ਰੋਗਾਂ ਦਾ ਦਾਰੂ ਕਰ ਸਕਦੇ ਹੋ, ਸਾਡੀ ਭੁੱਲ ਮਾਫ ਕਰ ਦਿਓ। ਇਹ ਗੁਰੂ ਨਾਨਕ ਸਾਹਿਬ ਦਾ ਬਿਰਦ ਹੈ, ਜੋ ਸ਼ਰਨ ਆਵੈ ਤੇ ਸਕੰਠ ਲਾਵੇ। ਇਹ ਬਿਰਦ ਸੁਆਮੀ ਸੰਦਾ, ਔਗਣ ਕੀਤੇ ਹਰ ਨਾ ਚਿਤਾਰੇ। ਕਿਸੇ ਕਵੀ ਨੇ ਬਹੁਤ ਸੁੰਦਰ ਲਿਖਿਆ ਹੈ, ਬੁਰੇ ਨਾਲ ਸਭ ਕਰਨ ਬੁਰਾਈ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਬੁਰੇ ਨਾਲ ਨੇਕੀ ਕਰਨੀ ਬਹੁਤ ਔਖੀ ਹੈ। ਬੁਰੇ ਨਾਲ ਵੈਰ ਤੇ ਆਪਾਂ ਸਾਰੇ ਕਰਦੇ ਹਾਂ, ਚਲੋ ਕੋਈ ਸਿਆਣੇ ਬੰਦੇ ਉਹਨੂੰ ਮਾਫ ਵੀ ਕਰ ਦਿੰਦੇ ਹੋਣਗੇ, ਪਰ ਬੁਰੇ ਤੇ ਪਰਉਪਕਾਰ ਕਰਨਾ ਬਹੁਤ ਔਖੀ ਗੱਲ ਹੈ। ਪਰ ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਵਿੱਚ ਆਇਆ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਸਾਰੇ ਲੋਕਾਂ ਨੂੰ ਫਿਰ ਆਖਿਆ, ਭਾਈ ਤੁਹਾਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਵਿੱਚ ਕਿਸ ਵਾਸਤੇ ਭੇਜਿਆ ਹੈ, ਤੁਹਾਡੇ ਅਸਲੀ ਜੀਵਨ ਦਾ ਮਨੋਰਥ ਕੀ ਹੈ, ਉਹ ਸਮਝਾਇਆ। ਭਈ ਪ੍ਰਾਪਤ ਮਾਨਕ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਪਾਜ ਕੇ ਬਲਨਾ। ਤੁਸੀਂ ਵਾਹਿਗੁਰੂ ਤੋਂ ਵਿਛੜੇ ਹੋਏ ਹੋ, ਦੁੱਖ ਵਿਛੋੜਾ ਇੱਕ ਦੁੱਖ ਭੋਗ।
ਇਹ ਵਿਛੋੜੇ ਦਾ ਦੁੱਖ ਤੁਸੀਂ ਝੱਲ ਰਹੇ ਹੋ, ਤੁਸੀਂ ਵਾਹਿਗੁਰੂ ਦਾ ਨਾਮ ਜਪੋ ਅਤੇ ਵਾਹਿਗੁਰੂ ਦਾ ਨਾਮ ਜਪ ਕੇ ਤੁਹਾਡਾ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ ਅਤੇ ਫਿਰ ਇਹ ਵਿਛੋੜੇ ਦਾ ਦੁੱਖ ਦੂਰ ਹੋ ਸਕਦਾ। ਜਿਵੇਂ ਜਿਵੇਂ ਕੋਈ ਆਇਆ ਦੁੱਖ ਦੱਸਿਆ ਅਤੇ ਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਦੇ ਵਿੱਚ ਉਹ ਨੁਸਖੇ ਸਾਰੇ ਲਿਖੇ ਹੋਏ ਸਨ, ਉਸ ਦੁਆਰਾ ਉਹਨਾਂ ਨੂੰ ਉਪਦੇਸ਼ ਦਿੱਤਾ ਅਤੇ ਉਹ ਸਾਰੇ ਲੋਕ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ। ਇਸੇ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ 550 ਸਾਲਾ ਇਸੇ ਸਾਲ ਆਪਾਂ ਮਨਾਉਣ ਜਾ ਰਹੇ ਹਾਂ, ਉਹ ਬੜੇ ਹੀ ਪਰਉਪਕਾਰੀ ਜ਼ਾਹਰਾ ਪੀਰ ਅਤੇ ਜਗਤ ਗੁਰੂ ਹੋਏ ਨੇ। ਠੀਕ ਹੈ, ਦੁਨੀਆ ਦੇ ਵਿੱਚ ਜਿਹੜੇ ਹੋਰ ਪੀਰ ਪੈਗੰਬਰ ਹੋਏ ਨੇ, ਉਹਨਾਂ ਨੂੰ ਉਸੇ ਧਰਮ ਦੇ ਜਿਹੜੇ ਕੋਈ ਪੈਰੋਕਾਰ ਸਨ, ਉਹਨਾਂ ਨੇ ਆਪਣਾ ਗੁਰੂ ਪੀਰ ਮੰਨਿਆ। ਪਰ ਗੁਰੂ ਨਾਨਕ ਸਾਹਿਬ ਐਸੇ ਮਹਾਂਪੁਰਖ ਹੋਏ ਨੇ, ਜਾਂ ਇਉਂ ਕਹਿ ਦਿਓ ਸਾਡੇ ਲਈ ਤਾਂ ਰੱਬ ਹੀ ਸਨ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਵੀ ਉਹਨਾਂ ਨੇ ਸਾਰੀ ਮਾਨਵਤਾ ਨੂੰ ਪਿਆਰ ਕੀਤਾ ਅਤੇ ਸਾਰਿਆਂ ਨੂੰ ਆਪਣੇ ਪਿਆਰ ਦੇ ਕਲਾਵੇ ਵਿੱਚ ਲਿਆ ਅਤੇ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਹੁਣ ਇਤਿਹਾਸ ਦੀ ਕਥਾ ਤੁਸੀਂ ਸੁਣਦੇ ਹੋ, ਭੀਖਮ ਸ਼ਾਹ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਦੇ ਐਵੇਂ ਤੇ ਨਹੀਂ ਚਰਨਾਂ ਵਿੱਚ ਆ ਕੇ ਸਜਦੇ ਕਰਦਾ ਸੀ। ਇੱਕ ਮੁਸਲਮਾਨ ਪੀਰ ਹੁੰਦਿਆਂ ਹੋਇਆਂ, ਕਰਾਮਾਤੀ ਪੀਰ ਹੁੰਦਿਆਂ ਹੋਇਆਂ, ਕਾਮਲ ਫਕੀਰ ਹੁੰਦਿਆਂ ਹੋਇਆਂ ਕਿਉਂ ਗੁਰੂ ਦੇ ਚਰਨਾਂ 'ਤੇ ਝੁਕਦਾ ਸੀ? ਉਹਨੂੰ ਉਹਨਾਂ ਵਿੱਚੋਂ ਰੱਬੀ ਜੋਤ ਦਿਖਾਈ ਦਿੰਦੀ ਸੀ। ਇਸ ਲਈ ਸਾਡੇ ਸਤਿਗੁਰੂ ਸਾਹਿਬਾਨ, ਠੀਕ ਹੈ ਆਪਾਂ ਉਹਨਾਂ ਨੂੰ ਸਿੱਖਾਂ ਦੇ ਗੁਰੂ ਆਖਦੇ ਹਾਂ, ਪਰ ਉਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ, ਉਹ ਪੂਰੇ ਸੰਸਾਰ ਦੇ ਗੁਰੂ ਸਨ, ਜਗਤ ਗੁਰੂ ਸਨ। ਜ਼ਾਹਰ ਪੀਰ ਜਗਤ ਗੁਰਬਾਬਾ। ਹੁਣ ਇੱਥੇ ਗੁਰੂ ਮਹਾਰਾਜ ਹਰਦਾਸ ਵੈਦ ਨੂੰ ਕਹਿੰਦੇ ਨੇ ਬਈ ਸਾਨੂੰ ਰੋਗ ਕਿਉਂ ਚੰਬੜਦੇ ਨੇ, ਬਿਮਾਰੀਆਂ ਦਾ ਕਾਰਨ ਕੀ ਹੈ? ਕਹਿੰਦੇ ਖਸਮ ਵਿਸਾਰ ਕੀ ਰਸ ਭੋਗ ਤਾ ਤਨ ਉੱਠ ਖਲੋਏ ਰੋ। ਖਸਮ ਵਿਸਾਰ, ਵਾਹਿਗੁਰੂ ਨੂੰ ਭੁੱਲ ਕੇ ਅਸੀਂ ਜਿੰਨੇ ਵੀ ਨਸ਼ੇ ਵਿਸ਼ਿਆਂ ਦੇ ਰਸ ਮਾਣਦੇ ਹਾਂ, ਇਹ ਹਨ ਬਿਮਾਰੀ ਦੇ ਕਾਰਨ। ਤਾਂ ਤਨ ਉੱਠ ਖਲੋਏ ਰੋਗ। ਇਹਨਾਂ ਕਰਕੇ ਹੀ ਸਾਡੇ ਤਨ ਦੇ ਉੱਤੇ ਰੋਗ ਉੱਠ ਖਲੋਂਦੇ ਨੇ। ਸਾਡੇ ਸਰੀਰ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਨੇ, ਖਾਣ ਦੇ ਨਾਲ, ਪਹਿਨਣ ਦੇ ਨਾਲ, ਭੋਗਣ ਦੇ ਨਾਲ ਇਹ ਬਿਮਾਰੀਆਂ ਸਾਨੂੰ ਚਿੰਬੜਦੀਆਂ ਨੇ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਮਨ ਅੰਧੇ ਕੋ, ਇਹ ਜਿਹੜਾ ਅੰਨਾ ਮਨ ਹੈ, ਜਦੋਂ ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਜਾਂਦਾ ਹੈ, ਉਸ ਵੇਲੇ ਅੰਨਾ ਹੋ ਜਾਂਦਾ। ਇਹ ਅੰਨੇ ਮਨ ਨੂੰ ਜਿਹੋ ਜਿਹੇ ਇਹਨੇ ਕਰਮ ਕੀਤੇ ਹੁੰਦੇ ਨੇ, ਉਹਦੀ ਸਜ਼ਾ ਪਰਮੇਸ਼ਰ ਵੱਲੋਂ ਮਿਲਦੀ ਹੈ। ਆਹ ਜਿਹੜੇ ਬਿਮਾਰੀਆਂ ਲੱਗਦੀਆਂ ਨੇ ਨਾ, ਕੋਈ ਰੋਗ ਚਿੰਬੜਦੇ ਨੇ, ਇਹ ਸਾਨੂੰ ਕੀਤੇ ਕਰਮਾਂ ਦੀਆਂ ਸਜ਼ਾਵਾਂ ਮਿਲਦੀਆਂ ਨੇ। ਮਨ ਅੰਧੇ ਕੋ ਮਿਲੈ ਸਜਾਏ। ਅਤੇ ਅਸੀਂ ਰੱਬ ਦੇ ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ, ਪਰਮੇਸ਼ਰ ਅਤੇ ਦੂਜਿਆਂ 'ਤੇ ਦੋਸ਼ ਆਰੋਪਣ ਲੱਗ ਜਾਂਦੇ ਹਾਂ। ਪਰ ਹਜ਼ੂਰ ਕਹਿੰਦੇ ਨਹੀਂ, ਇਹ ਸਾਡੇ ਕੀਤੇ ਆਪਣੇ ਕਰਮਾਂ ਦਾ ਫਲ ਹੁੰਦਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਗੁਣ ਦਹਿ ਦਸ ਪ੍ਰਮੇ ਥਕੇ ਆਏ ਪ੍ਰਭ ਕੀ ਸਾਮ। ਜੇ ਅਸੀਂ ਵਿਛੜੇ ਹੋਏ ਹਾਂ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮਾਫ ਕਰ ਸਕਦੇ ਨੇ। ਇਸ ਅੰਨੇ ਮਨ ਨੂੰ ਕੀਤੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ। ਵੈਦ ਨਾ ਭੋਲੇ ਦਾਰੂ ਲਾਏ, ਭੋਲੇ ਵੈਦ ਅਸੀਂ ਤੈਨੂੰ ਆਪਣਾ ਦੁੱਖ ਤੇ ਦੱਸ ਦਿੱਤਾ, ਪਰ ਤੂੰ ਹੁਣ ਦਵਾਈ ਕਿਉਂ ਨਹੀਂ ਲਾਉਂਦਾ? ਲਾ ਦਵਾਈ ਹੁਣ। ਜੇ ਤੇਰੇ ਕੋਲ ਕੋਈ ਇਸ ਮਰਜ਼ ਦਾ ਇਲਾਜ ਹੈ ਅਤੇ ਫਿਰ ਕਰ, ਤੂੰ ਹੁਣ ਢਿੱਲ ਕਿਉਂ ਕਰ ਰਿਹਾ ਹੈ? ਪਰ ਜਿਹੜੇ ਦੁਨੀਆ ਦੇ ਡਾਕਟਰ ਨੇ, ਉਹਨਾਂ ਕੋਲ ਇਹਨਾਂ ਦੁੱਖਾਂ ਦਾ ਦਾਰੂ ਕੋਈ ਹੈ ਹੀ ਨਹੀਂ। ਇਸੇ ਲਈ ਉਹ ਤਾਂ ਖੁਦ ਵੀ ਬਿਮਾਰ ਨੇ, ਮਾਨਸਿਕ ਰੋਗਾਂ ਦਾ ਸ਼ਿਕਾਰ ਨੇ, ਉਹ ਦੂਜਿਆਂ ਨੂੰ ਕੀ ਰਾਜੀ ਕਰ ਸਕਦੇ ਹਨ। ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘਟ ਮਹਿਸਾਸ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਵੀ ਚੰਦਨ ਦਾ ਫਲ ਕੀ ਹੈ? ਉਸ ਚੰਦਨ ਦੀ ਵਾਸ਼ਨਾ। ਜਿਹੜਾ ਚੰਦਨ ਦਾ ਇੱਕ ਬਿਰਸ਼ ਹੁੰਦਾ, ਜਿਹਨੂੰ 52 ਚੰਦਨ ਕਹਿੰਦੇ ਨੇ, ਉਹਦਾ ਆਕਾਰ ਤਾਂ ਬਹੁਤ ਛੋਟਾ ਹੁੰਦਾ, ਪਰ ਉਹਦੇ ਵਿੱਚ ਵੱਡਾ ਗੁਣ ਉਹਦੀ ਜਿਹੜੀ ਖੁਸ਼ਬੂ ਹੈ, ਮਹਿਕ ਹੈ, ਮਿੰਨੀ ਮਿੰਨੀ ਬਹੁਤ ਸੁੰਦਰ ਹੁੰਦੀ।
ਚੰਦਨ ਕਾ ਫਲ ਚੰਦਨ ਵਾਸ, ਚੰਦਨ ਦਾ ਫਲ ਚੰਦਨ ਦੀ ਵਾਸ਼ਨਾ ਹੁੰਦੀ ਹੈ। ਉਸ ਚੰਦਨ ਨੂੰ ਹੋਰ ਕੋਈ ਮੇਵਾ ਨਹੀਂ ਲੱਗਦਾ, ਸਿਰਫ ਉਹਦੀ ਵਾਸ਼ਨਾ ਕਰਕੇ, ਉਹਦੀ ਲੱਕੜੀ ਵਿੱਚ ਵੀ ਸੁਗੰਧੀ ਹੁੰਦੀ, ਉਹਦੇ ਕਰਕੇ ਉਹਦਾ ਮੁੱਲ ਪੈਂਦਾ। ਮਾਨਸ ਕਾ ਫਲ ਘਟ ਮਹਿਸਾਸ, ਇਸ ਮਨੁੱਖਾ ਸਰੀਰ ਦਾ ਫਲ ਕੀ ਹੈ? ਸਾਡੇ ਸਰੀਰ ਵਿੱਚ ਜਿਹੜੇ ਸਵਾਸ ਵਗ ਰਹੇ ਨੇ, ਜਿੰਨਾ ਚਿਰ ਸਵਾਸ ਵਗਦੇ ਨੇ ਉਨਾ ਚਿਰ ਹੀ ਸਾਡੇ ਸਰੀਰ ਦੀ ਕਦਰ ਹੈ। ਜਦੋਂ ਸਾਡੇ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਨੇ ਤੇ ਫਿਰ ਤੇ ਸਰੀਰ ਮਿੱਟੀ ਹੋ ਜਾਂਦਾ, ਫਿਰ ਉਹਨੂੰ ਕੌਣ ਪੁੱਛਦਾ? ਹਜ਼ੂਰ ਅੱਗੇ ਫਰਮਾਉਂਦੇ ਹਨ, ਸਾਸ ਗਿਆ ਕਾਇਆ ਟਲ ਪਾਏ, ਤਾਂ ਕਹਿ ਪਾਛੈ ਕੋਈ ਨਾ ਖਾਏ। ਸਾਸ ਗਏ, ਜਦੋਂ ਸਵਾਸ ਨਿਕਲ ਜਾਂਦੇ ਨੇ, ਕਾਇਆ ਟਲ ਪਾਏ, ਇਹ ਸਾਡੀ ਕਾਇਆ ਟਲ ਜਾਂਦੀ ਹੈ, ਨਿਟਾਲ ਹੋ ਜਾਂਦੀ। ਸਵਾਸ ਨਿਕਲਣ ਦੀ ਦੇਰ ਹੁੰਦੀ ਹੈ, ਉਸੇ ਵੇਲੇ ਇਹ ਧੌਣ ਲੜਕ ਜਾਂਦੀ ਹੈ, ਸਰੀਰ ਵੀ ਢਹਿ ਢੇਰੀ ਹੋ ਜਾਂਦਾ। ਤਾਂ ਕਿ ਪਾਛੈ ਕੋਈ ਨਾ ਖਾਏ, ਹੁਣ ਉਸ ਦੇ ਪਿੱਛੋਂ ਜਿਹੜੀ ਮਰਜ਼ੀ ਕੋਈ ਦਵਾਈ ਉਸ ਨੂੰ ਦੇਈ ਜਾਓ, ਖਾ ਹੀ ਨਹੀਂ ਸਕਦਾ, ਉਹਦਾ ਕੋਈ ਅਸਰ ਨਹੀਂ ਹੋ ਸਕਦਾ। ਜੇ ਕੋਈ ਇਲਾਜ ਹੋ ਸਕਦਾ, ਜਿਉਂਦੇ ਜੀ ਕਿਸੇ ਇਨਸਾਨ ਦਾ ਇਲਾਜ ਹੁੰਦਾ ਹੈ, ਅਤੇ ਜਦੋਂ ਮਰ ਹੀ ਗਿਆ, ਸਵਾਸ ਹੀ ਨਿਕਲ ਕੇ, ਫਿਰ ਇਲਾਜ ਕੀ ਹੋਵੇਗਾ? ਫਿਰ ਕੋਈ ਦਵਾਈ ਨਹੀਂ ਅਸਰ ਕਰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਜਿਹੜੇ ਸਾਡੇ ਰੋਗ ਚਿੰਬੜੇ ਹੋਏ ਨੇ, ਇਹ ਜੀਵਨ ਕਾਲ ਦੇ ਵਿੱਚ ਹੁੰਦਿਆਂ ਹੋਇਆਂ ਗੁਰੂ ਦੀ ਸ਼ਰਨ ਲਓ, ਨਾਮ ਦਾ ਦਾਰੂ ਵਰਤੋ, ਅਤੇ ਫਿਰ ਇਹਦੇ ਨਾਲ ਉਹ ਦੁੱਖ ਦਾ ਇਲਾਜ ਹੋ ਸਕਦਾ, ਮਰਜ਼ ਦਾ ਇਲਾਜ ਹੋ ਸਕਦਾ। ਅਤੇ ਜੇ ਸਰੀਰ ਨਾਸ ਹੋ ਗਿਆ, ਉਸ ਤੋਂ ਪਿੱਛੋਂ ਫਿਰ ਕੋਈ ਇਲਾਜ ਨਹੀਂ ਹੋਵੇਗਾ, ਨਾ ਹੀ ਕੋਈ ਦਵਾਈ ਸਾਨੂੰ ਅਸਰ ਕਰੇਗੀ, ਅਤੇ ਨਾ ਹੀ ਅਸੀਂ ਦਵਾਈ ਖਾਣ ਦੇ ਕਾਬਲ ਰਵਾਂਗੇ। ਕੰਚਨ ਕਾਇਆ ਨਿਰਮਲ ਹੰਸ, ਜਿਸਮੈ ਨਾਮ ਨਿਰੰਜਨ ਅੰਸ। ਹੁਣ ਅਖੀਰਲੇ ਬੰਦ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸਮੈ ਨਾਮ ਨਿਰੰਜਨ ਅੰਸ, ਜਿਸ ਤਨ ਅਤੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ, ਨਿਰੰਜਨ ਦਾ ਅਰਥ ਹੈ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮੇ ਦਾ ਰੰਗ ਕਾਲਾ ਹੁੰਦਾ, ਅਤੇ ਨਿਰੰਜਨ ਦਾ ਅਰਥ ਹੋ ਗਿਆ ਵੀ ਜਿਹੜਾ ਮੋਹ ਮਾਇਆ ਦੀ ਕਾਲਖ ਤੋਂ ਰਹਿਤ ਕਰਨ ਵਾਲਾ ਕੀ ਹੈ? ਵਾਹਿਗੁਰੂ ਦਾ ਨਾਮ, ਨਿਰੰਜਨ ਅੰਸ਼, ਜਿਸਮੈ ਨਾਮ ਨਿਰੰਜਨ ਅੰਸ਼। ਜਪਜੀ ਸਾਹਿਬ ਬਾਣੀ ਵਿੱਚ ਵੀ ਗੁਰੂ ਮਹਾਰਾਜ ਨੇ ਲਿਖਿਆ ਨਾ, ਐਸਾ ਨਾਮ ਨਿਰੰਜਨ ਹੋਏ। ਐਸਾ ਨਾਮ ਨਿਰੰਜਨ ਨਾਮ ਉਸ ਨੂੰ ਕਹਿੰਦੇ ਨੇ ਜਿਹੜਾ ਮਾਇਆ ਦੀ ਕਾਲਸ ਨੂੰ ਲਾ ਸਕੇ। ਪਰਿਐ ਮਤ ਪਾਪਾਂ ਕੈ ਸੰਗੋ, ਧੂਪੈ ਨਾਵੈ ਕੈ ਰੰਗ। ਜਿਹੜਾ ਵਾਹਿਗੁਰੂ ਦੇ ਪਵਿੱਤਰ ਨਾਮ ਦੀ ਅੰਸ਼, ਉਹ ਨਾਮ ਦਾ ਕਿਣਕਾ ਜਿਸ ਤਨ ਅਤੇ ਮਨ ਦੇ ਵਿੱਚ ਆ ਕੇ ਟਿਕ ਜਾਂਦਾ ਹੈ, ਕੰਚਨ ਕਾਇਆ, ਉਹ ਸਾਡੀ ਦੇਹ ਵੀ ਕੰਚਨ ਸੋਨੇ ਵਰਗੀ ਨਿਰਵਿਕਾਰ ਸ਼ੁੱਧ ਹੋ ਜਾਂਦੀ ਹੈ। ਅਤੇ ਨਿਰਮਲ ਹੰਸ, ਹੰਸ ਤੋਂ ਭਾਵ ਹੈ ਜੀਵ ਆਤਮਾ, ਸਾਡੀ ਰੂਹ, ਸਾਡੀ ਜ਼ਮੀਰ, ਜਿੱਥੇ ਨਾਮ ਦੀ ਅੰਸ਼ ਆ ਜਾਂਦੀ ਹੈ, ਅਤੇ ਉਹ ਵੀ ਪਵਿੱਤਰ ਹੋ ਜਾਂਦੀ। ਵਾਹਿਗੁਰੂ ਦੇ ਨਾਮ ਨੇ ਸਾਡੇ ਤਨ ਨੂੰ ਵੀ ਕੰਚਨ ਵਰਗਾ ਸ਼ੁੱਧ ਕਰ ਦੇਣਾ ਹੈ, ਅਤੇ ਸਾਡੇ ਮਨ ਨੂੰ ਵੀ ਨਾਮ ਨੇ ਹੀ ਨਿਰਮਲ ਕਰਨਾ ਹੈ। ਦੁਖ ਰੋਗ ਸਭ ਗਿਆ ਗਵਾਏ, ਨਾਨਕ ਛੂਟ ਸਾਚੈ ਨਾਏ। ਗਰੀਬਨਵਾਸ ਸਤਿਗੁਰੂ ਜੀ ਕਹਿੰਦੇ ਨੇ, ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਪਰਮੇਸ਼ਰ ਦਾ ਨਾਮ ਹੈ। ਤੁਸੀਂ ਨਾਮ ਜਪੋ, ਜਿਸ ਦੇ ਕੋਲ ਨਾਮ ਆ ਜਾਂਦਾ ਹੈ ਨਾ, ਦੁੱਖ ਰੋਗ ਸਭ ਗਿਆ ਗਵਾਏ, ਉਹ ਸਾਰੇ ਦੁੱਖ ਅਤੇ ਰੋਗਾਂ ਨੂੰ ਗਵਾ ਕੇ ਅੱਗੇ ਪਰਲੋਕ ਨੂੰ ਜਾਂਦਾ ਹੈ। ਭਾਵ ਉਹਦੀ ਕਾਇਆ ਸੋਨੇ ਵਰਗੀ ਸ਼ੁੱਧ, ਅਤੇ ਮਨ ਵੀ ਹੰਸ ਵਰਗਾ ਪਵਿੱਤਰ ਹੋ ਜਾਂਦਾ ਹੈ, ਜਿਹਦੇ ਕੋਲ ਨਾਮ ਆ ਜਾਂਦਾ ਹੈ। ਉਹ ਸਾਰੇ ਦੁੱਖਾਂ ਅਤੇ ਰੋਗਾਂ ਨੂੰ ਗਵਾ ਕੇ ਇੱਥੋਂ ਜਾਂਦਾ ਹੈ। ਨਾਨਕ ਛੂਟ ਸਾਚਾ ਨਾਏ। ਹਜ਼ੂਰ ਕਹਿੰਦੇ, ਭਾਈ ਸੱਚੇ ਨਾਮ ਦੇ ਨਾਲ ਹੀ ਛੁਟਕਾਰਾ ਹੁੰਦਾ, ਬਿਨਾਂ ਹਰ ਭਜਨ ਨਾ ਹੀ ਛੁਟਕਾਰਾ। ਬਿਨਾਂ ਨਾਮ ਤੋਂ ਅਸੀਂ ਜਮਾਂ ਤੋਂ ਵੀ ਨਹੀਂ ਛੁੱਟ ਸਕਦੇ। ਜਿਸ ਬੰਦੇ ਕੋਲ ਵਾਹਿਗੁਰੂ ਦਾ ਨਾਮ ਹੁੰਦਾ ਹੈ ਨਾ, ਜਦੋਂ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦਾ, ਉਸ ਵੇਲੇ ਉਹਦੇ ਮੂੰਹੋਂ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਜਮਦੂਤ ਵੀ ਉਸ ਨੂੰ ਛੱਡ ਕੇ ਚਲੇ ਜਾਂਦੇ ਨੇ। ਤੁਸੀਂ ਆਖੋਗੇ ਇਹ ਕਿੱਥੇ ਲਿਖਿਆ ਹੋਇਆ? ਇਹ ਲਿਖਿਆ ਸਤਿਗੁਰੂ ਦੀ ਬਾਣੀ ਵਿੱਚ। ਆਪਾਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ ਸ਼ਾਮ ਦੇ ਵਕਤ। ਉਸ ਰਹਿਰਾਸ ਸਾਹਿਬ ਦੀ ਬਾਣੀ ਵਿੱਚ
ਸਤਿਗੁਰੂ ਦੇ ਬਚਨ ਆਉਂਦੇ ਨੇ ਪੌੜੀ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ। ਹੇ ਵਾਹਿਗੁਰੂ, ਤੂੰ ਉੱਥੇ ਸਾਡੀ ਰੱਖਿਆ ਕਰਨ ਵਾਸਤੇ ਸਮਰੱਥ ਹੈ ਜਿੱਥੇ ਹੋਰ ਕੋਈ ਵੀ ਸਾਡੀ ਰੱਖਿਆ ਨਹੀਂ ਕਰ ਸਕਦਾ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਸਤਿਗੁਰੂ ਪਹਿਲਾਂ ਉਹ ਸਮਾਂ ਯਾਦ ਕਰਵਾਉਂਦੇ ਨੇ ਵੀ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਪੁੱਠਾ ਲਟਕ ਰਿਹਾ ਹੁੰਦਾ, ਉੱਥੇ ਕੋਈ ਸਾਡੀ ਸਹਾਇਤਾ ਤੇ ਰੱਖਿਆ ਨਹੀਂ ਕਰ ਸਕਦਾ। ਮਾਤਾ ਦੇ ਗਰਭ ਦੇ ਵਿੱਚ ਕੇਵਲ ਵਾਹਿਗੁਰੂ ਪਰਮੇਸ਼ਰ ਸਾਡੀ ਰੱਖਿਆ ਕਰਦਾ। ਇੱਕ ਤਾਂ ਉਹ ਸਮਾਂ ਯਾਦ ਕਰਵਾਇਆ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਅੱਗੇ ਕਹਿੰਦੇ ਨੇ ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਏ। ਅਤੇ ਜਦੋਂ ਮਨੁੱਖ ਪਰਲੋਕ ਵਿੱਚ ਜਾਂਦਾ, ਉੱਥੇ ਵੀ ਹੋਰ ਕੋਈ ਸਾਡੀ ਸਹਾਇਤਾ ਨਹੀਂ ਕਰ ਸਕਦਾ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਉੱਥੇ ਨਾਮ ਨੇ ਸਹਾਇਤਾ ਕਰਨੀ, ਨਾਨਕ ਛੂਟ ਸਾਚਾ ਨਹੀਂ। ਹਜ਼ੂਰ ਕਹਿੰਦੇ ਨੇ ਜਿੱਥੇ ਹੋਰ ਕੋਈ ਸਾਡੀ ਸਹਾਇਤਾ ਨਹੀਂ ਨਾ ਕਰਦਾ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਉੱਥੇ ਵਾਹਿਗੁਰੂ ਦੇ ਨਾਮ ਦੀ ਆਵਾਜ਼ ਨੂੰ ਸੁਣ ਕੇ ਜਮਦੂਤ ਵੀ ਡਰਦੇ ਮਾਰੇ ਛੱਡ ਕੇ ਚਲੇ ਜਾਂਦੇ ਨੇ। ਕੋਈ ਐਸੀ ਉਦਾਹਰਣ ਹੈ ਵੀ ਕਿਸੇ ਨੇ ਨਾਮ ਲਿਆ ਹੋਵੇ ਅਤੇ ਉਸ ਨਾਮ ਦੀ ਆਵਾਜ਼ ਨੂੰ ਸੁਣ ਕੇ ਜਮਦੂਤ ਉਸ ਨੂੰ ਛੱਡ ਕੇ ਚਲੇ ਗਏ ਹੋਣ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਾਂ, ਉਦਾਹਰਣ ਅਸੀਂ ਦਿੰਦੇ ਹਾਂ। ਸਤਿਗੁਰੂ ਕਹਿੰਦੇ ਨੇ ਅਜਾ ਮਲ ਪਾਪੀ ਜਗ ਜਾਨੇ, ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਵੀ ਉਤਰਹਿ ਪਰ। ਅਜਾ ਮਲ ਪਾਪੀ ਇਨਸਾਨ ਸੀ, ਪਰ ਜਦੋਂ ਉਹਨੇ ਆਪਣੇ ਮੂੰਹੋਂ ਆਉਂਦੇ ਸਮੇਂ ਨਾਰਾਇਣ ਆਖਿਆ, ਨਾਰਾਇਣ ਪਰਮੇਸ਼ਰ ਦਾ ਨਾਮ ਸੀ, ਇਹਦੇ ਪੁੱਤਰ ਦਾ ਨਾਮ ਵੀ ਨਾਰਾਇਣ ਸੀ। ਚਲੋ ਪੁੱਤਰ ਦੇ ਬਹਾਨੇ ਹੀ ਸੀ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਪੁੱਤਰ ਦੇ ਮੋਹ ਦੇ ਵਿੱਚ ਇਸ ਨੇ ਵਾਹਿਗੁਰੂ ਦਾ ਨਾਮ ਲਿਆ ਅਤੇ ਉਸੇ ਵੇਲੇ ਜਮਦੂਤ ਛੱਡ ਕੇ ਚਲੇ ਗਏ ਸਨ। ਇਹ ਹੈ ਨਾਮ ਦੀ ਸ਼ਕਤੀ, ਨਾਮ ਦੀ ਕਰਾਮਾਤ। ਹਜ਼ੂਰ ਕਹਿੰਦੇ ਨੇ ਦੁੱਖ ਰੋਗ ਸਭ ਗਿਆ ਗਵਾਏ, ਨਾਨਕ ਛੂਟ ਸਾਚਾ ਨਾ। ਜਿਹਦੇ ਕੋਲ ਸੱਚਾ ਨਾਮ ਹੈ ਉਹ ਇੱਥੋਂ ਹੀ ਸਾਰੇ ਦੁੱਖਾਂ ਰੋਗਾਂ ਨੂੰ ਗਵਾ ਕੇ ਪਰਲੋਕ ਨੂੰ ਜਾਂਦਾ ਹੈ ਅਤੇ ਅੱਗੇ ਜਾ ਕੇ ਵੀ ਨਾਮ ਦੀ ਸ਼ਕਤੀ ਨਾਲ ਜਮਾ ਤੋਂ ਛੁੱਟ ਜਾਂਦਾ ਹੈ। ਇਸ ਲਈ ਭਾਈ ਨਾਮ ਨਾਲ ਜੁੜੋ ਅਤੇ ਗੁਰੂ ਵਾਲੇ ਹੋ ਕੇ ਨਾਮ ਜਪੋ, ਅਤੇ ਫਿਰ ਉਹ ਨਾਮ ਲੋਕ ਅਤੇ ਪਰਲੋਕ ਵਿੱਚ ਸਾਡੀ ਸਹਾਇਤਾ ਕਰਦਾ ਹੈ। ਇਹ ਹੈ ਪਾਵਨ ਬਾਣੀ ਦੀ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ। ਆਪਾਂ ਇਹਨੂੰ ਸੁਣਿਆ, ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਦੁੱਖ ਰੋਗ ਸਭ ਗਿਆ ਗਵਾਏ, ਨਾਨਕ ਛੂਟਸ ਸਾਚੈ ਨਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।